ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਜੀ ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ੍ਹਾਂ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਇਸ ਬਿਧ ਵਸ ਕਰ ਲਵ ਪੁਰੀ। ਕੇਤਕ ਮਾਸ ਬਿਤਾਏ ਸੰਗਤ ਆਵਹਿ ਦਰਸ ਕੋ। ਪ੍ਰਥਮ ਸੁਧਾਸਰ ਨਾਏ ਇਸ ਬਿਧ ਵਸ ਕਰ ਲਵ ਪੁਰੀ। ਕੇਤਕ ਮਾਸ ਬਿਤਾਏ ਸੰਗਤ ਆਵਹਿ ਦਰਸ ਕੋ। ਪ੍ਰਥਮ ਸੁਧਾਸਰ ਨਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰਾਮਤ ਦੇ ਸਦਕਾ ਹਜ਼ੂਰ ਹਾਜ਼ਰਾ ਹਜ਼ੂਰ ਜਹਰਾ ਜਹੂਰ ਪਤਿਤ ਪਾਵਨ ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀਆਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਨੇਤਰਾਂ ਨੂੰ ਸਫਲ ਬਣਾਉਂਦੇ ਹਾਂ। ਸਤਿਗੁਰੂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਮਹਾਨ ਕਿਰਪਾ ਮਿਹਰਾਮਤ ਦੇ ਸਦਕਾ ਪਾਵਨ ਗੁਰੂ ਘਰ ਅੰਦਰ ਹੋ ਰਹੀ ਲੜੀਵਾਰ ਰੂਪ ਅੰਦਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਗਾਥਾ ਜਿਸ ਵਿੱਚ ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀਆਂ
ਛੇਵੇਂ ਪਾਤਸ਼ਾਹ ਹਜ਼ੂਰ ਦੇ ਮਹਾਨ ਜੀਵਨ ਕੌਤਕ ਪ੍ਰਸੰਗ ਅੰਗਤ ਕੀਤੇ ਹਨਗੇ। ਜਥਾ ਪ੍ਰਸੰਗ ਆਪਾਂ ਪਿਛਲੇ ਦੀਵਾਨ ਵਿੱਚ ਸਰਵਣ ਕੀਤਾ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਹ ਪਤਾ ਲੱਗਣਾ ਕਿ ਮਿਹਰਬਾਨ ਵੀ ਲਾਹੌਰ ਆਇਆ ਹੋਇਆ ਹੈ ਅਤੇ ਤੁਰਕਾਂ ਦੇ ਘਰ ਦੇ ਬਹੁਤ ਗੇੜੇ ਕੱਢਦਾ ਹੈ। ਬੜਾ ਆਜਜ਼ ਦੀਨ ਨਿਮਾਣਾ ਬਣਿਆ ਹੋਇਆ ਉਹਨਾਂ ਦੇ ਸਾਹਮਣੇ, ਔਰ ਹੈ ਤਾਂ ਪੋਤਰਾ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ, ਜਿਸ ਕਰਕੇ ਬਾਬਾ ਮਹਾਦੇਵ ਜੀ ਨੂੰ ਸਮਝਾਉਣ ਵਾਸਤੇ ਵੀ ਤੁਸੀਂ ਜਿਸ ਕਾਰਨ ਕੁਝ ਕਰਦੇ ਹੋ, ਈਰਖਾ ਦਵੈਸ਼ ਛੱਡ ਦਿਓ, ਜੋ ਕੁਝ ਚਾਹੀਦਾ ਹੈ ਉਹ ਆਪ ਜੀ ਹੁਕਮ ਕਰੋ, ਸਭ ਕੁਝ ਅਸੀਂ ਦੇਣ ਨੂੰ ਤਿਆਰ ਹਾਂ ਅਤੇ ਸਾਡੇ ਨਾਲ ਮਿਲ ਕੇ ਰਹੋ। ਪਹਿਲਾਂ ਮਹਾਰਾਜ ਨੇ ਸਿੱਖ ਭੇਜੇ ਸਨਗੇ। ਸਿੱਖਾਂ ਨੇ ਆ ਕੇ ਦੱਸਿਆ, ਭਾਈ ਪੈੜਾ ਪਿਰਾਣਾ ਜੀ ਵਰਗਿਆਂ ਵੀ ਮਹਾਰਾਜ ਉਹ ਨਹੀਂ ਮੰਨਦਾ, ਪਿਤਾ ਪ੍ਰਿਥੀ ਚੰਦ ਦੀ ਲੀਹ 'ਤੇ ਤੁਰਿਆ ਹੋਇਆ ਹੈ। ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਸਮੇਤ ਆਪ ਗਏ ਹੈ। ਮਹਾਰਾਜ ਸੱਚੇ ਪਾਤਸ਼ਾਹ ਦੀਆਂ ਜਾ ਕੇ ਬੰਦਨਾ ਕੀਤੀ ਹੈ। ਇਹ ਫਿਰ ਜਿਹੜਾ ਮਿਹਰਬਾਨ ਇਹ ਨਹੀਂ ਆਪਣੇ ਪਲੰਘੇ ਤੋਂ ਉੱਠਿਆ, ਬੈਠਾ ਰਿਹਾ ਹੰਕਾਰ ਦੇ ਨਾਲ ਲੱਦਿਆ, ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਭੋਇੰ 'ਤੇ ਬਹਿ ਗਏ। ਸਿੱਖਾਂ ਦੇ ਮਨ ਵਿੱਚ ਬੜਾ ਰੋਸ ਜਾਗਿਆ ਵੀ ਮਹਾਰਾਜ ਸੰਸਾਰ ਦੇ ਦਾਤੇ ਹੈ, ਮਿਹਰਬਾਨ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਅਤੇ ਭਾਈ ਜੇਠਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿੰਦੇ, ਪਾਤਸ਼ਾਹ ਜੀ ਮਹਾਰਾਜ ਤੁਸੀਂ ਉੱਪਰ ਬੈਠੋ ਖਾਂ, ਇਹਦੇ ਬਰਾਬਰ ਹੋ ਕਰਕੇ ਸਾਥੋਂ ਜਰਿਆ ਨਹੀਂ ਜਾਂਦਾ। ਆਪ ਜੀ ਹੇਠਾਂ ਭੋਇੰ 'ਤੇ ਬੈਠੇ ਤੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ, ਭਾਈ ਇਹ ਸਾਡੇ ਵੱਡੇ ਭਰਾਤਾ ਹਨ, ਇਹਨਾਂ ਦੇ ਪਿਤਾ ਸਾਡੇ ਪਿਤਾ ਤੋਂ ਵੱਡੇ ਸਨਗੇ, ਇਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਵੱਡੇ ਪੋਤਰੇ ਹਨ, ਇਸ ਲਈ ਇਹਨਾਂ ਦਾ ਉੱਤੇ ਬਹਿਣਾ ਯੋਗ ਹੈ ਅਤੇ ਸਾਡਾ ਭੋਇੰ 'ਤੇ ਬਹਿਣਾ ਚੰਗਾ, ਅਤੇ ਤੁਸੀਂ ਸਿੱਖਾਂ ਮਨ ਵਿੱਚ ਕੋਈ ਇਹੋ ਜਿਹੀ ਬਾਤ ਨਾ ਲਿਆਓ। ਤੋ ਸੱਚੇ ਪਾਤਸ਼ਾਹ ਮਹਾਰਾਜ ਜੀ ਸਜੇ ਰਹੇ। ਫਿਰ ਮਹਾਰਾਜ ਕਹਿੰਦੇ, ਬਾਬਾ ਮਿਹਰਬਾਨ ਜੀ ਇੱਧਰ ਨੂੰ ਮੁੱਖ ਕਰੋ ਖਾਂ, ਸਾਡੇ ਆਇਆਂ ਵੇਖ ਕੇ ਤੁਸੀਂ ਮੂੰਹ ਕਿਉਂ ਪਾਸੇ ਘੁਮਾ ਲਿਆ ਹੈ? ਅਸੀਂ ਤਾਂ ਤੁਹਾਡੇ ਕੋਲ ਆਏ ਹਾਂ ਵੀ ਆਪ ਜੀ ਦਾ ਸਭ ਕੁਝ ਹੈ, ਅੰਮ੍ਰਿਤਸਰ ਵੀ ਤੁਹਾਡਾ ਹੀ, ਅਸੀਂ ਵੀ ਤੁਹਾਡੇ ਹਾਂ, ਤੁਹਾਡੇ ਛੋਟੇ ਹਾਂ, ਆਪ ਬਹਿ ਕੇ ਹੁਕਮ ਕਰੋ ਖਾਂ, ਅਤੇ ਸੋਹਣਾ ਕਾਰਜ ਉੱਥੇ ਸੰਭੋ, ਤੁਹਾਡਾ ਘਰ ਹੈ ਅੰਮ੍ਰਿਤਸਰ ਸਾਹਿਬ ਵਿੱਚ, ਰਹੋ ਉੱਥੇ, ਜਿਸ ਚੀਜ਼ ਦੀ ਵਸਤੂ ਦੀ ਜ਼ਰੂਰਤ ਹੈ ਮਹਾਰਾਜ ਅਸੀਂ ਭੇਜ ਦੇਵਾਂਗੇ, ਪਰ ਈਰਖਾ ਛੱਡ ਦਿਓ ਅਤੇ ਅਸੀਂ ਤੁਹਾਡੇ ਨਾਲ ਮਿਲ ਕੇ ਰਹਿਣਾ ਚਾਹੁੰਦੇ ਹਾਂ। ਅਤੇ ਬਾਬਾ ਮਿਹਰਬਾਨ ਜੀ ਨੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਭੱਦੀ ਸ਼ਬਦਾਵਲੀ ਵਰਤੀ ਸੀ ਵੀ ਤੁਸੀਂ ਆਪਣੇ ਪਿਤਾ ਵਰਗੇ ਠੱਗ ਹੋ। ਉਹ ਵੀ ਸਾਡੇ ਪਿਤਾ ਨੂੰ ਇਹੋ ਜਿਹੀਆਂ ਬਾਤਾਂ ਕਰ ਕਰਕੇ ਬੜੇ ਭਰਮਾਉਂਦੇ ਸਨਗੇ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਨਹੀਂ ਭਰਾਤਾ, ਅਸੀਂ ਵਾਕਈ ਤੁਹਾਡੇ ਨਾਲ ਮਿਲ ਕੇ ਰਹਿਣਾ ਚਾਹੁੰਦੇ ਹਾਂ, ਅਤੇ ਜੇ ਤੁਸੀਂ ਇਸ ਤਰ੍ਹਾਂ ਤੁਰਕਾਂ ਦੇ ਘਰ ਦੇ ਗੇੜੇ ਕੱਢਦੇ ਫਿਰਦੇ ਹੋ, ਪੋਤਰੇ ਤਾਂ ਗੁਰੂ ਰਾਮਦਾਸ ਮਹਾਰਾਜ ਦੇ, ਅਤੇ ਤੁਹਾਡੀ ਲਾਜ ਹੀ ਸਾਡੀ ਲਾਜ ਹੈ। ਅਸੀਂ ਚਾਹੇ ਸੰਸਾਰ 'ਤੇ ਗੁਰੂ ਅਖਵਾਉਂਦੇ ਹਾਂ, ਸਾਡੀ ਕਿੰਨੀ ਵੀ ਸੋਭਾ ਹੋਵੇ, ਪਰ ਜਦੋਂ ਤੁਹਾਡਾ ਆਹ ਹਾਲ ਹੈ ਤਾਂ ਸਾਨੂੰ ਚੰਗਾ ਨਹੀਂ ਲੱਗਦਾ। ਤੁਹਾਡੀ ਇੱਜ਼ਤ ਸਾਡੀ ਇੱਜ਼ਤ ਹੈ, ਸਾਡੀ ਇੱਜ਼ਤ ਤੁਹਾਡੀ ਇੱਜ਼ਤ ਹੈ, ਕਿਉਂਕਿ ਸਾਡੇ ਦੋਵਾਂ ਦਾ ਪਿਤਾਮਾ ਦਾਦਾ ਸ਼੍ਰੀ ਧੰਨ ਗੁਰੂ ਰਾਮਦਾਸ ਮਹਾਰਾਜ ਹਨਗੇ। ਇਸ ਤਰ੍ਹਾਂ ਦੇ ਵਚਨ ਮਹਾਰਾਜ ਨੇ ਕਹੇ ਦੀ ਵਡਿਆਈ ਰੱਖੀ। ਪਰ ਇਹ ਜਿਵੇਂ ਮੂਰਖ ਦਾ ਜਿਹੜਾ ਹੁੰਦਾ ਕਾਰਜ, ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼, ਇਹਨੇ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਾਬਤ ਬੜੇ ਮਾੜੇ ਸ਼ਬਦ ਬੋਲੇ, ਅਤੇ ਕਹਿੰਦਾ ਹੈ ਵੀ ਮੈਂ ਤੁਹਾਡਾ ਵਿਗਾੜਿਆ ਨਹੀਂ, ਮੇਰੇ ਪਿਤਾ ਪ੍ਰਿਥੀ ਚੰਦ ਤੋਂ ਤੁਹਾਡਾ ਕੁਝ ਨਹੀਂ ਵਿਗੜਿਆ, ਤਾਂ ਤੁਸੀਂ ਐਵੇਂ ਦੀਆਂ ਗੱਲਾਂ ਕਰਦੇ ਹੋ। ਹੁਣ ਜਦੋਂ ਮੈਂ ਸ਼ਾਹਜਹਾਨ ਨਾਲ ਮਾੜਾ ਜਿਹਾ ਨੇੜ ਕੀਤਾ ਅਤੇ ਭੱਜ ਕੇ ਮੇਰੇ ਘਰ ਆ ਗਏ ਤੁਸੀਂ ਮੈਨੂੰ ਮਨਾਉਣ ਵਾਸਤੇ। ਗੱਲ ਸੁਣੋ ਗੁਰੂ ਹਰਗੋਬਿੰਦ, ਮੇਰਾ ਤੁਹਾਡਾ ਮਰਨ ਤੱਕ ਵੀ ਕੋਈ ਮੇਲ ਨਹੀਂ। ਮੇਰੇ ਪਿਤਾ ਪ੍ਰਿਥੀ ਚੰਦ ਤੋਂ ਧੋਖੇ ਦੇ ਨਾਲ ਤੁਹਾਡੇ ਪਿਤਾ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਅਤੇ ਅੰਮ੍ਰਿਤਸਰ ਸਾਹਿਬ ਲਿਆ ਹੈ, ਅਤੇ ਮਰਦੇ ਸਮੇਂ ਪਿਤਾ ਪ੍ਰਿਥੀ ਚੰਦ ਜੀ ਨੇ ਮੈਨੂੰ ਆਖਿਆ ਵੀ ਇਹਨਾਂ ਦੇ ਨਾਲ ਕਦੇ ਸਾਂਝ ਨਹੀਂ ਰੱਖਣੀ ਅਤੇ ਮੇਰੀ ਮੌਤ ਦਾ ਬਦਲਾ ਲੈਣਾ। ਜਿਹੜੇ ਕਾਰਜ ਵਾਸਤੇ ਮੈਂ ਉੱਦਮ ਕੀਤਾ ਉਹ ਕਾਰਜ ਵਾਸਤੇ ਉੱਦਮ ਕਰਨਾ ਹੈ। ਗੁਰਤਾ ਖੋਹਣੀ ਹੈ, ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ 'ਤੇ ਕਬਜ਼ਾ ਕਰਨਾ ਹੈ।
ਫੇਰ ਮੇਰਾ ਪੁੱਤ ਕਹਾਉਣ ਦਾ ਤੂੰ ਹੱਕਦਾਰ ਹੋਵੇਂਗਾ। ਉਹ ਗੱਲ ਮੈਂ ਪਿਤਾ ਪ੍ਰਿਥੀ ਚੰਦ ਦੀ ਪੱਲੇ ਬੰਨ੍ਹੀ ਹੋਈ ਹੈ, ਇਸ ਲਈ ਮੇਰਾ ਤੁਹਾਡਾ ਕੋਈ ਮੇਲ ਨਹੀਂ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੇ ਪਰਥਾਏ ਮਾੜੇ ਬਚਨ ਬੋਲੇ, ਭਾਈ ਜੇਠਾ ਅਤੇ ਭਾਈ ਪੁਰਾਣਾ ਬਾਬਾ ਬਿਧੀ ਚੰਦ ਜੀ ਵਰਗੇ ਗੁਰਮੁਖ ਖੜ੍ਹੇ ਹੋ ਗਏ ਅਤੇ ਬਾਹਾਂ ਟੰਗ ਲਈਆਂ। ਕਹਿੰਦੇ ਲੈ ਹੁਣ ਬੋਲ, ਫਿਰ ਤੈਨੂੰ ਦਸੀਏ। ਤੋ ਗੁਰੂ ਹਰਗੋਬਿੰਦ ਸਾਹਿਬ ਜੀ ਆਖਿਆ, ਨਾ ਇਹ ਨਹੀਂ ਕਰਨਾ, ਆਪਾਂ ਇੱਥੇ ਦੇ ਘਰ ਆਏ ਹਾਂ ਅਤੇ ਸੁਲ੍ਹਾ ਵਾਸਤੇ ਆਏ ਹਾਂ, ਝਗੜਾ ਥੋੜ੍ਹਾ ਵਧਾਉਣਾ ਹੈ। ਜੇ ਵਧਾਉਣਾ ਤਾਂ ਝਗੜਾ ਤਾਂ ਪਹਿਲਾਂ ਹੀ ਬਹੁਤ ਵਧਿਆ ਹੋਇਆ। ਤੋ ਬਿਠਾ ਦਿੱਤੇ ਸਿੱਖ। ਇਹ ਫਿਰ ਜਿਹੜਾ ਵਾ ਮਿਹਰਬਾਨ ਬੋਲਿਆ ਵੀ ਮੈਂ ਹੁਣੇ ਇੱਥੇ ਸਿਰ ਤੋਂ ਧੜ ਅਲੱਗ ਕਰ ਦੇਣੇ ਆ, ਜਾਂ ਧੜ ਤੋਂ ਸਿਰ ਅਲੱਗ ਕਰਕੇ ਰੱਖ ਦੇਣੇ ਆ, ਇਹਨਾਂ ਨੂੰ ਲੈ ਜਾਓ ਗੁਰੂ ਹਰਗੋਬਿੰਦ ਸਾਹਿਬ ਜੀ, ਜੇ ਭਲੀ ਚਾਹੁੰਦੇ ਹੋ ਤਾਂ ਮੇਰੇ ਘਰੋਂ ਉੱਠ ਕੇ ਚਲੇ ਜਾਓ। ਗੁਰੂ ਹਰਗੋਬਿੰਦ ਸਾਹਿਬ ਜੀ ਖੜ੍ਹੇ ਹੋ ਗਏ। ਮਹਾਰਾਜ ਨੇ ਨਾਲੇ ਵੀ ਕਹਿ ਦਿੱਤਾ ਵੀ ਅਸੀਂ ਸੋਚਿਆ ਸੀ ਵੀ ਚਲੋ ਤੇਰੀ ਆਉਣ ਵਾਲੀ ਕੁੱਲ ਨੂੰ ਮਿਹਰਬਾਨ ਦਾਗ ਨਾ ਲੱਗੇ, ਮਿਲ ਕੇ ਰਹਿ ਲਈਏ ਅਤੇ ਸਾਡੇ ਗੁਰੂ ਨਾਨਕ ਪਾਤਸ਼ਾਹ ਦੇ ਪੰਥ 'ਚ ਸ਼ਾਮਲ ਹੋ ਜਾਓਗੇ। ਪਰ ਦਾਦੇ ਗੁਰੂ ਰਾਮਦਾਸ ਮਹਾਰਾਜ ਦਾ ਲੱਗਦਾ ਸਰਾਫ ਪੂਰਾ ਹੋਣ ਦਾ ਸਮਾਂ ਆ ਗਿਆ ਹੈ। ਜੋ ਉਹਨਾਂ ਨੇ ਬਚਨ ਕਹੇ ਸੀ ਵੀ ਹੁਣ ਪੂਰੇ ਹੋਣੇ ਆ। ਜਾਓ ਫਿਰ, ਜਿਹੜੇ ਸਿੱਖਾਂ ਨੂੰ ਕੰਗਾਲ ਨੰਗ ਮਲੰਗ ਕਹਿੰਦੇ ਹੋ, ਤੁਹਾਡੇ ਸਿੱਖ ਅਤੇ ਤੁਹਾਨੂੰ ਮੰਨਣ ਵਾਲੇ ਅਤੇ ਤੁਹਾਡੀ ਕੁੱਲ ਵਾਲੇ ਜਿੰਨੇ ਸੋਢੀ ਹੋਣਗੇ ਅੱਗੇ, ਉਹ ਸਾਰੇ ਸਾਡੇ ਇਹਨਾਂ ਸਿੱਖਾਂ ਦੇ ਸਿੱਖ ਬਣਨਗੇ, ਘਰਾਂ 'ਚ ਨੌਕਰੀਆਂ ਕਰਨਗੇ, ਮਾਇਆ ਮੰਗ ਮੰਗ ਲਿਆ ਕਰਨਗੇ, ਅਤੇ ਜੇ ਅੰਮ੍ਰਿਤ ਇਹਨਾਂ ਦੇ ਹੱਥਾਂ 'ਚੋਂ ਛਕਣਗੇ ਅਤੇ ਬਾਟੇ ਦੀ ਸਾਂਝ ਹੋਏਗੀ, ਨਹੀਂ ਤਾਂ ਕੋਈ ਸਾਂਝ ਨਹੀਂ ਹੋਇਆ ਕਰੇਗੀ। ਇਸ ਤਰ੍ਹਾਂ ਕਹਿ ਕੇ ਮਹਾਰਾਜ ਉੱਠ ਬੈਠੇ ਆ। ਇਹ ਮਗਰੋਂ ਬੜਾ ਬਕੜਵਾਦ ਕਰਦਾ ਰਿਹਾ ਵੀ ਇਹ ਮੈਂ ਜਾਣਦਾ, ਡਰਦੇ ਹੋਏ ਮੇਰੇ ਕੋਲ ਆਏ ਹੈ। ਤੋ ਆਪਣੇ ਚੇਲਿਆਂ ਨੂੰ ਕਹਿੰਦਾ ਹੈ ਵੀ ਮੈਂ ਵੇਖਿਆ ਜੇ ਹੁਣ ਕਿਵੇਂ ਧਮਾਲ ਪਾਉਂਦਾ ਸ਼ਾਹਜਹਾਨ ਨਾਲ ਰਲ ਕੇ, ਅਤੇ ਇਹਨਾਂ ਨੂੰ ਅੰਦਰ ਕਰਵਾ ਦੇਵਾਂਗਾ, ਕੈਦ ਕਰਵਾ ਦਿਆਂਗਾ, ਗੁਰਤਾ ਲੈ ਲੈਣੀ ਮੈਂ। ਇਸ ਤਰ੍ਹਾਂ ਦੇ ਬੜੇ ਬਚਨ ਜੇ ਕੀਤੇ ਇਸ ਨੇ। ਸਿੱਖ ਇਹਦੇ ਵੀ ਉਹੋ ਜਿਹੇ ਆ, ਗੁਰੂ ਜਿਨ੍ਹਾਂ ਕਾ ਅੰਦੋਲਾ ਚੇਲੇ ਪੀ ਅੰਧੇ ਕਰਮ ਕਰੇਨ। ਇਹਨਾਂ ਨੇ ਫਿਰ ਉਹ ਬੜੇ ਖੁਸ਼ ਹੋਏ, ਕਹਿੰਦੇ ਜੀ ਸਾਰੇ ਸੰਸਾਰ ਵਿੱਚ ਪੂਜਣੇ ਯੋਗ ਤਾਂ ਬਾਬਾ ਮਿਹਰਬਾਨ ਗੁਰੂ ਜੀ ਆਪ ਹੋ, ਅਸੀਂ ਜਾਣਦੇ ਵੀ ਤਾਂ ਧੱਕੇ ਨਾਲ ਤਖਤ ਮੱਲ ਕੇ ਬੈਠੇ ਹੋਏ ਆ ਗੁਰੂ ਹਰਗੋਬਿੰਦ ਸਾਹਿਬ ਕੇ। ਇਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕੀਤਾ ਹੈ। ਅੱਗੇ ਜਿਵੇਂ ਸਾਧ ਸੰਗਤ ਜੀ, ਫਿਰ ਬਾਦਸ਼ਾਹ ਜਹਾਂਗੀਰ ਚੜ੍ਹਾਈ ਕਰ ਗਿਆ ਸੀਗਾ, ਇਹਦਾ ਪੁੱਤ ਸ਼ਾਹਜਹਾਂ ਫਿਰ ਤਖਤ 'ਤੇ ਬੈਠਾ। ਇਹ ਗੁਰੂ ਘਰ ਨਾਲ ਕੋਈ ਬਹੁਤਾ ਮੇਲ ਮਿਲਾਪ ਨਹੀਂ ਸੀ ਰੱਖਦਾ, ਜਿਵੇਂ ਦਾ ਫਿਰ ਇਹ ਵਰਤਦਾ। ਉਹ ਸਿੱਖ ਦੇ ਪਾਸੋਂ ਧੱਕੇ ਨਾਲ ਇਹਨਾਂ ਨੇ ਇੱਕ ਘੋੜੀ ਖੋਹ ਲੈਣੀ। ਇਹਦੇ ਜਿਹੜੇ ਕੋਈ ਜਰਨੈਲ ਕਰਨੈਲ ਨੇ, ਉਹ ਸਿੱਖ ਨੇ ਮਹਾਰਾਜ ਦੇ ਪਾਸ ਆ ਕੇ ਬੇਨਤੀ ਕੀਤੀ। ਉਹ ਪ੍ਰਸੰਗ ਅੱਜ ਆਰੰਭ ਹੋ ਰਿਹਾ ਹੈ। ਚਿੱਤ ਬਿਰਤੀ ਇਕਾਗਰ ਕਰੀਏ ਜੀ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਹਿਰਦੇ ਵਸਾਓ, ਰਸਨਾ ਕਰੋ ਪਵਿੱਤਰ ਆਖੋ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਇਸ ਬਿਧ ਬਸ ਕਰ ਲਵਪੁਰੀ। ਤੋ ਕਵੀ ਜੀ ਅੱਗੇ ਪ੍ਰਸੰਗ ਆਰੰਭ ਕਰਦੇ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਲਾਹੌਰ ਨਗਰ ਸ਼ਹਿਰ ਵਿੱਚ ਰਹਿ ਰਹੇ ਹਨ। ਕੇਤਿਕ ਮਾਸ ਬਿਤਾਏ। ਕਈ ਮਹੀਨੇ ਮਹਾਰਾਜ ਨੇ ਇੱਥੇ ਲਾਹੌਰ ਵਿੱਚ ਬਤੀਤ ਕੀਤੇ ਆ। ਸੰਗਤ ਆਵਹਿ ਦਰਸ ਕੋ। ਇੱਧਰ ਜਿਹੜੀਆਂ ਸੰਗਤਾਂ ਹੈ, ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨਾਂ ਵਾਸਤੇ ਆਉਂਦੀਆਂ ਹਨ। ਪ੍ਰਥਮ ਸੁਧਾਸਰ ਨਾਏ। ਪਹਿਲਾਂ ਨਹਾਏ, ਸੁਦਾਸਰ ਕਹੀਏ, ਅੰਮ੍ਰਿਤਸਰ ਸਾਹਿਬ ਵਿੱਚ ਇਸ਼ਨਾਨ ਕਰਦੀਆਂ, ਕਿਉਂਕਿ ਸੰਗਤਾਂ ਅੰਮ੍ਰਿਤਸਰ ਸਾਹਿਬ ਆਉਂਦੀਆਂ ਨਾ, ਵੀ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਹੋਣਗੇ। ਜਿਹੜੀ ਬਾਹਰੋਂ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਅੰਮ੍ਰਿਤਸਰ ਸਾਹਿਬ ਆਉਂਦੀ ਹੈ, ਇਸ਼ਨਾਨ ਕਰਕੇ ਤਿਆਰ ਬਰ ਤਿਆਰ ਹੁੰਦੀ ਸਰੋਵਰ ਦਾ। ਚੌਪਈ ਸ੍ਰੀ ਹਰਿਮੰਦਰ ਕਰ ਕਰ ਦਰਸ਼ਨ। ਫਿਰ ਸਾਰੀਆਂ ਸੰਗਤਾਂ ਹਰਿਮੰਦਰ ਸਾਹਿਬ ਦੇ ਪਾਵਨ ਸਥਾਨ ਦੇ ਦਰਸ਼ਨ ਦੀਦਾਰ ਕਰਕੇ ਸੁਨ ਪੁਨ ਆਏ ਗੁਰੂ ਪਗ ਪਰਸਨ। ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਰਸਨ ਵਾਸਤੇ ਜਦੋਂ ਗੁਰੂ ਕੇ ਮਹਿਲ ਆਉਂਦੇ ਆ, ਤੇ ਪਤਾ ਲੱਗਦਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਤਾਂ ਲਾਹੌਰ ਗਏ ਹੋਏ ਆ। ਇੱਥੋਂ ਵਹੀਰਾਂ ਘੱਤ ਘੱਤ ਕੇ ਸੰਗਤਾਂ ਅੰਮ੍ਰਿਤਸਰ ਦੇ ਦਰਸ਼ਨਾਂ ਤੋਂ ਬਾਅਦ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਲਾਹੌਰ ਤੁਰ ਪਈਆਂ ਹਨ। ਬਲੀ ਤੋ ਰੰਗ ਸ਼ਸਤਰ ਬਹੁ ਅੰਨ ਹੈ। ਸੰਗਤਾਂ ਮਹਾਰਾਜ ਦਾ ਸੁਭਾਅ ਜਾਣਦੀਆਂ ਵੀ ਮਹਾਰਾਜ ਘੋੜੇ ਤੇ ਸ਼ਸਤਰ ਵੇਖ ਕੇ ਬੜੇ ਪ੍ਰਸੰਨ ਹੁੰਦੇ ਆ। ਸੁੰਦਰ ਘੋੜੇ
ਔਰ ਸੋਹਣੇ ਸ਼ਾਸਤਰ ਲੈ ਲੈ ਕੇ ਸੰਗਤਾਂ ਹਾਜ਼ਰ ਹੋ ਰਹੀਆਂ ਨੇ। ਸਤਿਗੁਰ ਹੇਰ ਖੁਸ਼ੀ ਤਿਨ ਠਨ ਹੈ। ਲਾਹੌਰ ਆਉਂਦੀ ਸੰਗਤ ਸਤਿਗੁਰਾਂ ਦੇ ਦਰਸ਼ਨ ਕਰਕੇ ਬੜਾ ਆਨੰਦ ਹੁੰਦਾ ਵੈ। ਚਾਰੋ ਚੱਕਨ ਕੀਰ ਮਸੰਦ। ਕਵੀ ਜੀ ਕਹਿੰਦੇ ਚਾਰੇ ਦਿਸ਼ਾਵਾਂ ਦੇ ਜਿੰਨੇ ਮਸੰਦ ਹੈ ਸਿੱਖ ਗੁਰੂ ਘਰ ਦੇ ਜਿਹੜੇ ਮੋਹਰੀ ਹਨ, ਪ੍ਰਬੰਧਕ ਹਨਗੇ, ਅੰਨ ਹੈ ਗੁਰ ਕੋ ਦਰਬ ਬਿਲੰਦ। ਤੇ ਮਹਾਰਾਜ ਵਾਸਤੇ ਸੰਗਤਾਂ ਦੀ ਦਸਵੰਧ ਦੀ ਮਾਇਆ ਇਕੱਠੀ ਕਰਕੇ ਤੇ ਗੁਰੂ ਘਰ ਸੇਵਾ ਵਾਸਤੇ ਲੈ ਲੈ ਕੇ ਹਾਜ਼ਰ ਹੋ ਰਹੇ ਆ। ਅਨਗਨ ਭੀਰ ਨਈ ਨਿਤ ਆਵੈ। ਨਵੀਂ ਸੰਗਤ ਰੋਜ਼ ਆਉਂਦੀ ਹੈ। ਬੜੀ ਭੀੜ ਲਾਹੌਰ ਵਿੱਚ ਹੋਣ ਲੱਗ ਪਈ ਹੈ ਵਸਤ ਅਮੋਲ ਅਕੋਰ ਚੜਾਵੈ। ਤੇ ਬੜੇ ਬੇਸ਼ਕੀਮਤੀ ਵਸਤੂਆਂ ਭੇਟਾਵਾਂ ਸਤਿਗੁਰਾਂ ਦੇ ਚਰਨੀ ਭੇਟ ਕੀਤੀਆਂ ਜਾਂਦੀਆਂ ਨੇ। ਜਹ ਕਹਤੇ ਹੈ ਆਛੋ ਟੋਰ। ਤੋ ਜਿੱਥੇ ਕਿੱਥੇ ਵੇਖ ਵੇਖ ਕੇ ਸੰਗਤਾਂ ਚੰਗੀਆਂ ਚੰਗੀਆਂ ਵਸਤੂਆਂ ਲੈਂਦੀਆਂ ਵੀ ਸਾਰੇ ਪਾਸੋਂ ਲੱਭ ਲੱਭ ਕੇ ਕੋਈ ਖਾਸ ਵਸਤੂਆਂ ਮਹਾਰਾਜ ਵਾਸਤੇ ਭੇਟਾ ਵਾਸਤੇ ਲੈਂਦੀਆਂ ਖਰੀਦਦੀਆਂ ਨੇ। ਦੇ ਦਰਬ ਲਿਆਈ ਗੁਰ ਔਰ। ਤੇ ਇਸੇ ਤਰ੍ਹਾਂ ਖਾਲਸਾ ਜੀ ਕੋ ਮਾਇਆ ਵੀ ਜਿਹੜੀ ਹੈ ਸਭ ਪਾਸਿਆਂ ਤੋਂ ਮਹਾਰਾਜ ਵਾਸਤੇ ਆ ਰਹੀ ਹੈ। ਸ਼ਸਤਰ ਪੁਲਾਦੀ ਤੀਛਨ ਮਹਾ। ਆ ਫੁਲਾਦ ਦੇ ਬੜੇ ਸ਼ਸਤਰ ਜਿਹੜੇ ਬੜੇ ਤਿੱਖੇ ਆ, ਚੰਗੇ ਜ਼ਬਰਦਸਤ ਹਥਿਆਰ ਮਹਾਰਾਜ ਨੂੰ ਭੇਂਟ ਕੀਤੇ ਜਾ ਰਹੇ ਆ। ਬਰਛੇ ਬਾਨ ਆਨ ਜਹ ਕਹਾ। ਬਰਛੇ ਲਿਆਉਂਦੀ ਸੰਗਤ ਮਹਾਰਾਜ ਦੇ ਘਰ ਵਾਸਤੇ ਸਤਿਗੁਰਾਂ ਨੂੰ ਭੇਟ ਕਰਨ ਵਾਸਤੇ ਬੜੇ ਸੁੰਦਰ ਤੀਰ ਲੰਮੇ ਸਿੱਧੇ ਲੈ ਕੇ ਆਏ ਜਾਂਦੇ ਹਨ। ਤਨਖ ਤੁਫੰਗ ਮੋਲ ਵੱਡ ਦੇਤ। ਤੇ ਬੇਸ਼ਕੀਮਤੀ ਮੁੱਲ ਮਹਿੰਗੇ ਜਿਹੜੀਆਂ ਤੁਫੰਗ ਕਹੀਏ ਬੰਦੂਕਾਂ ਤੇ ਧਨਖ ਜਿਹੜੇ ਲਿਆਂਦੇ ਜਾ ਰਹੇ ਆ। ਅਰਪ ਗੁਰੂ ਟਿਗ ਖੁਸ਼ੀ ਸੋ ਲੇਤ। ਬੜੇ ਮਹਿੰਗੇ ਮੁੱਲ ਦੇ ਧਨਖ ਬੰਦੂਕਾਂ ਤੀਰ ਨੇਜੇ ਭਾਲੇ ਬਰਛੇ ਤੇ ਸ਼ਸਤਰ ਫੌਲਾਦ ਦੇ ਲਿਆਂਦੇ ਜਾ ਰਹੇ ਆ। ਗੁਰੂ ਹਰਗੋਬਿੰਦ ਸਾਹਿਬ ਨੂੰ ਇਹੋ ਜਿਹੀਆਂ ਵਸਤੂਆਂ ਭੇਟ ਕਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੜੀ ਖੁਸ਼ੀ ਲੈਂਦੀ ਹੈ ਸੰਗਤ। ਦੇਸ਼ ਵਿਦੇਸ਼ਨ ਚਾਰਹੁ ਦਿਸ਼ ਮੈਂ। ਚਾਰ ਚਫੇਰੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ। ਛੋਟੇ ਵੱਡੇ ਨਗਰ ਜਿਸ ਕਿਸ ਮੈਂ। ਚਾਹੇ ਕੋਈ ਛੋਟੇ ਨਗਰ ਹੈ, ਕੋਈ ਵੱਡੇ ਸ਼ਹਿਰ ਹੈ, ਛੋਟੇ ਸ਼ਹਿਰ ਹੈ, ਵੱਡੇ ਨਗਰ ਹੈ, ਛੋਟੇ ਵੱਡੇ ਨਗਰਾਂ ਸ਼ਹਿਰਾਂ ਦੇ ਅੰਦਰ ਸਭ ਦੇਸ਼ ਭਾਰਤ ਤੇ ਵਿਦੇਸ਼ਾਂ ਵਿੱਚ ਸਤਿਗੁਰ ਕੀ ਸਿੱਖੀ ਜਗ ਮਾਹੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸਿੱਖੀ ਬੜੀ ਫੈਲ ਰਹੀ ਹੈ। ਸਾਰੇ ਸੰਸਾਰ ਵਿੱਚ ਮਹਾਰਾਜ ਦੇ ਸਿੱਖ ਤੇ ਸ਼ਾਸਤਰ ਧਾਰੀ ਹੋਣੇ ਸ਼ੁਰੂ ਹੋ ਗਏ ਹਨ। ਜਹ ਨਹਿ ਹੋਏ ਅਸਥਲ ਕੋ ਨਾਹੀ। ਕਵੀ ਜੀ ਕਹਿੰਦੇ ਸਾਰੇ ਸੰਸਾਰ ਵਿੱਚ ਇਹੋ ਜਿਹਾ ਕੋਈ ਥਾਂ ਨਹੀਂ ਹੈ ਜਹ ਕਹਿ ਸੋ ਜਸ ਚੰਦੋਆ ਤਨਿਓ। ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਵਡਿਆਈ ਰੂਪੀ ਚੰਦੋਆ ਨਹੀਂ ਝੂਲਦਾ। ਸਾਰੇ ਸੰਸਾਰ ਵਿੱਚ ਮਹਾਰਾਜ ਦੀ ਵਡਿਆਈ ਦਾ ਡੰਕਾ ਵੱਜ ਰਿਹਾ ਹੈ। ਨਹਿ ਕੋ ਆਸ ਜਿਨ ਸੁਨਿਓ ਨਾ ਪਨਿਓ। ਕਹਿੰਦੇ ਇਹੋ ਜਿਹਾ ਕੋਈ ਨਹੀਂ ਸੰਸਾਰ ਵਿੱਚ ਜਿਹਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਵਡਿਆਈ ਸੁਣੀ ਨਾ ਹੋਵੇ ਤੇ ਵਡਿਆਈ ਗਾਈ ਨਾ ਹੋਵੇ। ਦੋਹਰਾ ਸੱਤਾ ਅਰ ਬਲਵੰਡ ਜੁਗ। ਇਧਰ ਦੋ ਭਰਾ ਜਿਹੜੇ ਸੀ ਨਾ, ਭਾਈ ਰਾਏ ਸੱਤਾ ਜੀ ਤੇ ਰਾਏ ਬਲਵੰਡ ਜੀ, ਗੁਰੂ ਘਰ ਦੇ ਕੀਰਤਨੀਏ। ਹੋ ਤੇ ਰਬਾਬੀ ਪਾਸ। ਇਹ ਬੜੇ ਲੰਮੇ ਸਮੇਂ ਤੋਂ ਗੁਰੂ ਘਰ ਦੇ ਰਬਾਬੀ ਸਨਗੇ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਵੀ ਇਹ ਕੀਰਤਨ ਕਰਦੇ ਸੀ। ਇਹ ਉਹੀ ਰਬਾਬੀ ਗੁਰਮੁਖ ਪਿਆਰੇ ਜਿਹੜੇ ਭਾਈ ਰਾਏ ਸੱਤਾ ਜੀ, ਰਾਏ ਬਲਵੰਡ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਸ ਕੀਰਤਨ ਕਰਦੇ ਆ। ਕਰਤ ਕੀਰਤਨ ਰਾਗ ਧੁਨ। ਬੜੇ ਰਾਗਾਂ ਦੀ ਸੋਹਣੀ ਧੁਨ ਲਾ ਕੇ ਕੀਰਤਨ ਕਰਦੇ ਹਨ। ਸਭ ਉਰ ਦੇਤ ਹੁਲਾਸ। ਤੇ ਸਭ ਪਾਸਿਆਂ ਤੋਂ ਬੜੇ ਜਿਹੜੇ ਵਾ ਖੁਸ਼ ਰਹਿਣ ਵਾਲੇ ਤੇ ਸਭ ਉਰ ਦੇਤ ਹੁਲਾਸ, ਸਾਰਿਆਂ ਦੇ ਮਨ ਨੂੰ ਖੁਸ਼ ਕਰ ਦਿੰਦੇ ਸੀ ਜਦੋਂ ਕੀਰਤਨ ਕਰਦੇ ਸੀ। ਕਿਉਂ ਵਿਦਵਾਨ ਬਹੁਤ ਸੀਗੇ ਤੇ ਇਹਨਾਂ ਦੀ ਆਵਾਜ਼ ਵਿੱਚ ਬੜਾ ਰਾਗ ਰਸ ਹੈ ਸੀ। ਚੌਪਈ ਪਹੁੰਚਿਓ ਅੰਤ ਸਮਾ ਤਿਬ ਤਿਨ ਕੋ। ਕਵੀ ਜੀ ਕਹਿੰਦੇ ਚਲੋ ਜਿਹੋ ਜੀ ਵਿਧਾਤੇ ਨੇ ਜਿੰਨੀ ਉਮਰ ਲਿਖੀ ਸੀਗੀ, ਇਹ ਭਾਈ ਸੱਤਾ ਤੇ ਬਲਵੰਡ ਜੀ ਇਹਨਾਂ ਦੋਵਾਂ ਦਾ ਜਦੋਂ ਅੰਤਲਾ ਸਮਾਂ ਪਹੁੰਚ ਗਿਆ ਹੈ। ਲਾਹੌਰ ਤਿਆਗ ਦੀਨ ਨਿਜ ਤਨ ਕੋ। ਇਹਨਾਂ ਆਪਣੇ ਸਰੀਰ ਨੂੰ ਲਾਹੌਰ ਵਿੱਚ ਹੀ ਮਹਾਰਾਜ ਦੇ ਪਾਸ ਛੱਡਿਆ। ਇਹ ਲਾਹੌਰ ਚੜ੍ਹਾਈ ਕੀਤੇ ਆ। ਅਪਰ ਰਬਾਬੀ ਬਾਬਕ ਨਾਮ। ਫਿਰ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀਆਂ ਬਾਬਕ ਨਾਮ ਦਾ ਇੱਕ ਹੋਰ ਰਬਾਬੀ ਜਿਹੜਾ ਆਪਣੇ ਘਰ ਵਿੱਚ ਰੱਖ ਲੈਣਾ ਕੀਤਾ ਹੈ। ਜੋ ਗਾਵਤ ਰਾਗਨ ਅਭਿਰਾਮ। ਇਹਨਾਂ ਦੋ ਭਾਈਆਂ ਦੇ ਚੜ੍ਹਾਈ ਕਰਨ ਪਿੱਛੋਂ
ਬਾਬਕ ਨਾਮ ਦਾ ਰਬਾਬੀ ਜਿਹੜਾ ਇਹ ਸੁੰਦਰ ਕੀਰਤਨ ਕਰਦਾ ਆਸਾ ਦੀ ਵਾਰ, ਹੋਰ ਬੇਅੰਤ ਬਾਣੀਆਂ ਦਾ ਕੀਰਤਨ ਗਾਉਂਦਾ ਸੁਣਾਉਂਦਾ ਹੈ। ਰਾਖਿਓ ਤਬ ਹਜੂਰ ਨੇ ਪਾਸ। ਮਹਾਰਾਜ ਨੇ ਵੇਖਿਆ ਵੀ ਬੜਾ ਵਿਦਵਾਨ ਹੈ, ਰਾਗ ਵਿਦਿਆ ਦਾ ਜਾਣੂ ਹੈ। ਸਤਿਗੁਰਾਂ ਨੇ ਹਜ਼ੂਰੀ ਰਾਗੀ ਆਪਣੇ ਘਰ ਵਿੱਚ ਰੱਖ ਲਿਆ ਹੈ। ਲੱਗਹਿ ਦੀਵਾਨ ਸੋ ਰਾਗ ਪ੍ਰਕਾਸ਼। ਬੜੇ ਦੀਵਾਨ ਜਦੋਂ ਲੱਗਦਾ ਹੈ ਤੇ ਉਸ ਭਰੇ ਦੀਵਾਨ ਵਿੱਚ ਬਾਬਕ ਨਾਮ ਦਾ ਰਾਗੀ ਸਿੱਖ ਜਿਹੜਾ ਹੈ ਬੜਾ ਸੁੰਦਰ ਆਵਾਜ਼ ਵਿੱਚ ਕੀਰਤਨ ਕਰਦਾ ਹੈ। ਸੁਨ ਪ੍ਰਸੰਨ ਹੋਇ ਦੇ ਬੜ ਮੋਜ। ਕਹਿੰਦੇ ਸਾਰੇ ਸੁਣ ਕੇ ਪ੍ਰਸੰਨ ਹੁੰਦੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਖੁਸ਼ੀ ਦੇ ਵਿੱਚ ਬੜੀ ਮਾਇਆ ਇਹਨਾਂ ਨੂੰ ਭੇਂਟ ਕਰ ਦਿੰਦੇ ਆ, ਜਿਹੜੇ ਦੇ ਦਿੰਦੇ ਹਨ। ਹਰਖਤ ਦਰਬ ਸਰਬ ਦੇ ਫੌਜ। ਤੇ ਜਿੰਨੀ ਮਹਾਰਾਜ ਦੀ ਫੌਜ ਹੈ, ਜਿੰਨੇ ਗੁਰਸਿੱਖ ਸੰਗਤਾਂ ਜਾਂ ਕਹਿ ਲਓ ਸੂਰਮੇ ਸਿੱਖ ਹੈ, ਸਾਰੇ ਇਹਨਾਂ ਰਾਗੀ ਸਿੱਖਾਂ ਦਾ ਬੜਾ ਸਤਿਕਾਰ ਕਰਦੇ ਆ। ਬਹੁਤ ਮਾਇਆ ਜਿਹੜੀ ਵਾ ਇਹਨਾਂ ਨੂੰ ਪੂਜਾ ਭੇਟਾ ਕੀਰਤਨ ਦੀ ਦਿੱਤੀ ਜਾਂਦੀ ਹੈ। ਕੇਤਿਕ ਮਾਸ ਬਿਤੇ ਸੁਧ ਆਈ। ਉਹ ਇਸ ਤਰ੍ਹਾਂ ਖਾਲਸਾ ਜੀ ਕਈ ਮਹੀਨੇ ਲਾਹੌਰ ਵਿੱਚ ਹੀ ਬੀਤ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਕ ਦਿਨ ਬਾਹਰੋਂ ਕਿਸੇ ਸਿੱਖ ਨੇ ਖਬਰ ਭੇਜੀ, ਕਸ਼ਮੀਰ ਇਲਾਕੇ ਦੀ ਸੰਗਤ ਨੇ ਕੁਪਾ ਰਿੜਿਓ ਸਭ ਹਿਨ ਮੁਖ ਗਾਈ। ਵੀ ਬਾਦਸ਼ਾਹ ਦੇ ਘਰ ਵਿੱਚ ਕੁੱਪਾ ਰਿੜ ਗਿਆ। ਇਹ ਮਰਨ ਉਪਰੰਤ ਜਿਹੜੀ ਇਹਨਾਂ ਦੀ ਕੋਈ ਮਰਿਆਦਾ ਸੀ ਬਾਦਸ਼ਾਹ ਲੋਕਾਂ ਦੀ, ਕੁੱਪਾ ਰਿੜਿਆ ਆਖਦੇ ਸੀ ਜਦੋਂ ਬਾਦਸ਼ਾਹ ਚੜ੍ਹਾਈ ਕਰ ਜਾਂਦਾ ਸੀ ਕੋਈ। ਕਹਿੰਦੇ ਜੀ ਕੁੱਪਾ ਰਿੜ ਗਿਆ ਹੈ। ਕਿਸੇ ਸਿੱਖ ਨੇ ਆ ਕੇ ਖਬਰ ਦਿੱਤੀ ਹੈ ਜਹਾਂਗੀਰ ਪਰਲੋਕ ਸਿਧਾਰਾ। ਕਿ ਜਿਹੜਾ ਜਹਾਂਗੀਰ ਬਾਦਸ਼ਾਹ ਹੈ ਉਹ ਚੜ੍ਹਾਈ ਕਰ ਗਿਆ, ਪਰਲੋਕ ਗਮਨ ਹੋ ਗਿਆ ਹੈ। ਸ਼ਾਹੋ ਜਹਾਂ ਸਭ ਰਾਜ ਸੰਭਾਰਾ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਸਾਰਾ ਰਾਜ ਭਾਗ ਹੁਣ ਬਾਦਸ਼ਾਹ ਦੇ ਪੁੱਤਰ ਸਾਹਿਬਜ਼ਾਦੇ ਸ਼ਾਹਜਹਾਨ ਨੇ ਸਾਂਭ ਲੈਣਾ ਕੀਤਾ। ਉਹ ਤਖਤ ਤੇ ਬਹਿ ਗਿਆ ਹੈ। ਸਭ ਦੇਸ਼ਨ ਪਰ ਹੁਕਮ ਚਲਾਇਓ। ਤੇ ਉਹੀ ਹੁਣ ਸਾਰੇ ਦੇਸ਼ਾਂ ਤੇ ਆਪਣਾ ਹੁਕਮ ਚਲਾਉਂਦਾ ਹੈ। ਜਹ ਕਹਿ ਉਮਰਾਵ ਨ ਗਨ ਆਇਓ। ਜਿੱਥੇ ਕਿੱਥੋਂ ਵੀ ਉਮਰਾਵ ਅਮੀਰਾਂ ਵਜ਼ੀਰਾਂ ਦਾ ਜਿੰਨਾ ਗਾਣਾ ਹੈ, ਇਕੱਠ ਹੈ, ਉਹ ਸਾਰਾ ਹੀ ਜਦੋਂ ਬਾਦਸ਼ਾਹ ਜਹਾਂਗੀਰ ਚੜ੍ਹਾਈ ਕੀਤਾ ਤੇ ਸ਼ਾਹਜਹਾਨ ਨੂੰ ਦੀ ਰਸਮ ਕਰਨ ਵਾਸਤੇ ਨੂੰ ਤਖਤ ਤੇ ਬਹਾਉਣ ਵਾਸਤੇ ਦਿੱਲੀ ਪਹੁੰਚਿਆ ਹੈ। ਦੇਸ਼ਪਤੀ ਅਰ ਦੁਰਗਪਤੀ ਸਭ। ਵਾਹਿਗੁਰੂ ਇੱਥੇ ਲਾਹੌਰ ਪਹੁੰਚਿਆ। ਇਹ ਲਾਹੌਰ ਹੀ ਸੀ ਉਦੋਂ ਬਾਦਸ਼ਾਹ ਦਾ ਪੁੱਤਰ ਸ਼ਾਹਜਹਾਂ ਇੱਥੇ ਇਹ ਬਾਦਸ਼ਾਹ ਬਣਿਆ ਕਵੀ ਸੰਤੋਖ ਸਿੰਘ ਅਨੁਸਾਰ। ਤੋ ਦੇਸ਼ਪਤੀ ਕੋਈ ਦੇਸ਼ਾਂ ਦੇ ਰਾਜੇ ਜਿਹੜੇ ਹੈ, ਕੋਈ ਹੋਰ ਕਿਲੇਪਤੀ ਹਨ, ਵੱਡੇ ਵੱਡੇ ਕਿਲੇਦਾਰ ਜਿੰਨੇ ਹਨ, ਕੋਈ ਸੂਰਮੇ ਜਰਨੈਲ ਜਿੰਨੇ ਹੈ, ਸੈਨਾਪਤ ਹਨ ਜਿੰਨੇ, ਅਮੀਰ ਹੈ, ਵਜ਼ੀਰ ਹਨ ਜਿੰਨੇ, ਵਿਦੇਸ਼ ਮੰਤਰੀ ਹਨ। ਆਨ ਮਿਲੇ ਉਪਹਾਰਨ ਦੇ ਤਬ। ਜਦੋਂ ਇਹ ਬਾਦਸ਼ਾਹ ਸ਼ਾਹਜਹਾਂ ਬਾਦਸ਼ਾਹ ਬਣ ਗਿਆ ਤੇ ਤਖਤ ਤੇ ਬੈਠੇ ਨੂੰ ਮਿਲਣ ਵਾਸਤੇ ਆਏ, ਵਧਾਈਆਂ ਦੇਣ ਵਾਸਤੇ ਬੜੇ ਤਰ੍ਹਾਂ ਦੇ ਬੇਸ਼ਕੀਮਤੀ ਸੁਗਾਤਾਂ ਲੈ ਲੈ ਕੇ ਪਹੁੰਚੇ ਆ। ਬ੍ਰਿੰਦ ਤੁਰੰਗ ਮਤੰਗ ਸੋ ਆਵੈ। ਬੜੇ ਬੜੇ ਹਾਥੀ, ਬੜੇ ਬੜੇ ਘੋੜੇ ਇਹ ਬਾਦਸ਼ਾਹ ਸ਼ਾਹਜਹਾਨ ਦੇ ਵਾਸਤੇ, ਇਹਦੇ ਜਿੰਨੇ ਵੀ ਕੋਈ ਹੈ ਫੌਜਦਾਰ, ਕੋਈ ਰਾਜਸੀ ਲੋਕ ਉਹ ਪਹੁੰਚ ਰਹੇ ਹਨ। ਜਹ ਤੇ ਚਾਹੈ ਤਹ ਮੰਗਵਾਵੈ। ਤੇ ਹੁਕਮ ਚੱਲਦਾ ਜਿਹੜਾ ਵੀ ਵਸਤੂ ਹੁਣ ਚਾਹੁੰਦਾ ਹੈ ਨਾ, ਬਾਦਸ਼ਾਹ ਦਾ ਪੁੱਤਰ ਬਾਦਸ਼ਾਹੀ ਕਹੋ, ਹੁਣ ਬਾਦਸ਼ਾਹ ਸ਼ਾਹਜਹਾਂ ਬਣ ਗਿਆ ਤੇ ਜੇ ਕੋਈ ਚੰਗੀ ਚੀਜ਼ ਲੱਗਦੀ ਹੈ ਸੰਸਾਰ ਵਿੱਚ ਤੇ ਇਹ ਉੱਥੋਂ ਹੀ ਹੁਕਮ ਕਰਕੇ ਮੰਗਵਾ ਲੈਂਦਾ ਹੈ। ਕੇਤਕ ਦਿਨ ਬੀਤੇ ਇਸ ਭਾਂਤ। ਇੱਧਰ ਸ਼ਾਹਜਹਾਂ ਖਾਲਸਾ ਜੀ ਬਾਦਸ਼ਾਹ ਬਣ ਗਿਆ ਹੈ ਤੇ ਕੁਝ ਕੁ ਸਮਾਂ ਇਸੇ ਤਰ੍ਹਾਂ ਵੀ ਇਹ ਵੀ ਲਾਹੌਰ ਹੀ ਖੜਾ ਹੋਇਆ, ਬੈਠਾ ਹੋਇਆ ਬਾਦਸ਼ਾਹ ਸ਼ਾਹਜਹਾਂ ਬਣ ਗਿਆ ਜਦੋਂ, ਤੇ ਗੁਰੂ ਹਰਗੋਬਿੰਦ ਸਾਹਿਬ ਵੀ ਲਾਹੌਰ ਹੀ ਟਿਕੇ ਹੋਏ ਹਨ। ਸ਼ਾਹੋ ਜਹਾਂ ਜਹ ਕਹਿ ਬਖਿਆਤ। ਤੇ ਸਾਰੇ ਹਿੰਦੁਸਤਾਨ ਦੇ ਅੰਦਰ ਬਖਿਆਤ ਪ੍ਰਗਟ ਹੋ ਗਿਆ ਬਾਦਸ਼ਾਹ ਸ਼ਾਹਜਹਾਂ ਕਿ ਸ਼ਾਹਜਹਾਂ ਬਾਦਸ਼ਾਹ ਬਣ ਗਿਆ ਹੈ ਜਹਾਂਗੀਰ ਤੋਂ ਬਾਅਦ। ਸਗਰੋ ਬੰਦ ਬਸਤ ਕਰ ਲੀਨ। ਤੇ ਉਹਨੇ ਸਾਰਾ ਰਾਜ ਭਾਗ ਸਾਂਭ ਲਿਆ। ਜਿੰਨਾ ਬੰਦੋਬਸਤ ਸੀ ਰਾਜ ਭਾਗ ਦੀ, ਜਿੰਨੀ ਕਮਾਂਡ ਸੀਗੀ ਉਹ ਸਾਰੀ ਇਸਨੇ ਸੰਭਾਲ ਲੈਣਾ ਕੀਤੀ ਹੈ। ਹੋਏ ਅਲਪ ਵਿਸ਼ਾਲ ਅਧੀਨ। ਜਿੰਨੇ ਵੱਡੇ ਛੋਟੇ ਰਜਵਾੜੇ ਜਗੀਰਦਾਰ, ਕੋਈ ਵੱਡੇ ਵੱਡੇ ਸੂਬੇਦਾਰ, ਸਾਰੇ ਦੇ ਸਾਰੇ ਬਾਦਸ਼ਾਹ ਸ਼ਾਹਜਹਾਨ ਦੇ ਅਧੀਨ ਹੋ ਗਏ ਆ। ਤੇ ਮਹੀ ਗੁਰ ਕੀ ਸੰਗਤ ਆਵੈ। ਤੇ ਇਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਵੀ ਜੈ ਜੈਕਾਰ ਹੋ ਰਹੀ ਹੈ। ਬਾਦਸ਼ਾਹ ਜਹਾਂਗੀਰ ਜਿਹੜਾ ਸ਼ਾਹਜਹਾਂ ਹੈ ਉਹਦੀ ਵੀ ਬਹੁਤ ਚੜ੍ਹਤ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਸ ਰੋਜ਼ ਹੀ ਨਵੀਆਂ ਸੰਗਤਾਂ ਪਹੁੰਚ ਰਹੀਆਂ ਹਨ। ਲਾਹੌਰ ਹੀ ਉਹ ਟਿਕਿਆ ਹੋਇਆ ਹੈ, ਉਹਦੇ ਪਾਸ ਵੀ ਬੜੇ ਘੋੜੇ ਹਾਥੀ ਜੋੜੇ ਲੈ ਲੈ ਕੇ ਰਾਜਸੀ ਲੋਕ ਆਉਂਦੇ ਹੈ। ਸੰਤ ਭਗਤ ਗੁਰਮੁਖ ਪਿਆਰੇ ਸੰਗਤਾਂ ਸਿੱਖ ਪ੍ਰੇਮੀ ਗੁਰੂ ਹਰਗੋਬਿੰਦ ਸਾਹਿਬ ਪਾਤ ਸੁਗਾਤਾਂ ਲੈ ਲੈ ਕੇ ਆਉਂਦੇ ਆ। ਸ਼ਸਤਰ ਤੁਰੰਗ ਦਰਬ ਅਰ ਪਾਵੈ। ਤੋ ਦੋ ਬਾਦਸ਼ਾਹ ਬੈਠੇ ਆ ਇਸ ਸਮੇਂ ਲਾਹੌਰ ਵਿੱਚ। ਕਵੀ ਜੀ ਕਹਿੰਦੇ ਇੱਕ ਦੁਨਿਆਵੀ ਬਾਦਸ਼ਾਹ ਹੈ, ਇੱਕ ਸੱਚਾ ਪਾਤਸ਼ਾਹ ਹੈ। ਤੋ
ਉਧਰ ਉਹਨੂੰ ਜਿਹੜੇ ਮੰਨਣ ਵਾਲੇ ਕਹਿ ਲਓ ਜਾਂ ਉਹਦੀ ਅਧੀਨਗੀ ਕਬੂਲਣ ਵਾਲੇ ਆ ਰਹੇ ਆ ਘੋੜੇ ਜੋੜੇ ਲੈ ਕਰਕੇ। ਇਧਰ ਸਿੱਖ ਮਹਾਰਾਜ ਵਾਸਤੇ ਬੇਅੰਤ ਵਸਤੂਆਂ ਲੈ ਲੈ ਕੇ ਪਹੁੰਚ ਰਹੇ ਆ। ਸ਼ਸਤਰ ਲਿਆਉਂਦੇ ਆ ਸਿੱਖ ਮਹਾਰਾਜ ਵਾਸਤੇ, ਸੁੰਦਰ ਘੋੜੇ ਲਿਆਉਂਦੇ ਆ, ਬੇਅੰਤ ਮਾਇਆ ਮਹਾਰਾਜ ਦੇ ਚਰਨੀ ਭੇਂਟ ਕਰਦੇ ਆ। ਕਾਬਲ ਮਹਿ ਇੱਕ ਸਿੱਖ ਸੁਜਾਨਾ। ਤੋ ਕਵੀ ਜੀ ਕਹਿੰਦੇ ਕਾਬਲ ਦਾ ਇੱਕ ਸਿੱਖ ਸੀਗਾ ਜਿਹੜਾ ਬੜਾ ਸਿਆਣਾ ਸੀਗਾ, ਬੜਾ ਸੂਝਵਾਨ ਤੇ ਪ੍ਰੇਮੀ ਗੁਰੂ ਘਰ ਦਾ, ਧਨ ਗਣ ਤੇ ਵਿਵਹਾਰ ਮਹਾਨਾ। ਤੇ ਚੰਗਾ ਕਾਰੋਬਾਰ ਸੀਗਾ ਇਹਦਾ, ਮਾਇਆ ਕਰਕੇ ਬੜਾ ਧਨਾੜ ਹੈ ਸੀ। ਗੁਰੂ ਦਸੌਂਦ ਨਿਕਾਰਤ ਰਹਿਓ। ਤੇ ਇਹ ਕੰਮਕਾਰ ਇਹਦਾ ਕਾਫੀ ਤਗੜਾ ਸੀਗਾ, ਧਨਾੜ ਸੀ, ਮਾਇਆਧਾਰੀ ਸੀ, ਬਹੁਤ ਅਮੀਰ ਸੀ। ਜਿਸ ਕਰਕੇ ਜਿੰਨੀ ਮਾਇਆ ਦਾ ਬਚਤ ਹੁੰਦੀ ਉਹ 'ਚੋਂ 10ਵਾਂ ਹਿੱਸਾ ਮਹਾਰਾਜ ਦੇ ਘਰ ਵਾਸਤੇ ਕੱਢਦਾ ਹੁੰਦਾ ਸੀ। ਜਿੰਨੀ ਕਮਾਈ ਕਰਨੀ, ਖਰਚਾ ਲੱਗ ਜਾਣਾ, ਖਰਚੇ ਤੋਂ ਬਿਨਾਂ ਜਿਹੜੀ ਮਾਇਆ ਵੱਧ ਜਾਣੀ ਨਾ, ਉਹਦੇ 'ਚੋਂ ਜਿੰਨੀ ਮਾਇਆ ਜੇ ਲੱਖ ਆ ਤੇ 10,000 ਰੁਪਈਆ ਮਹਾਰਾਜ ਵਾਸਤੇ ਰੱਖਦਾ ਹੁੰਦਾ ਸੀ ਗੁਰੂ ਕੀ ਸੇਵਾ ਵਾਸਤੇ। ਲਾਭ ਵਿਸਾਲ ਬਾਰ ਇੱਕ ਲਹਿਓ। ਤੋ ਇਸ ਤਰ੍ਹਾਂ ਇੱਕ ਵਾਰ ਦੇ ਗੱਲ ਹੈ, ਕਵੀ ਜੀ ਕਹਿੰਦੇ ਇਹਨੂੰ ਕੋਈ ਵੱਡਾ ਹੀ ਸੌਦਾ ਕੀਤੇ ਤੋਂ ਭਾਵ ਕੋਈ ਚੰਗੇ ਕਾਰੋਬਾਰ ਵਿੱਚੋਂ ਬੜਾ ਵੱਡਾ ਫਾਇਦਾ ਹੋਇਆ, ਬਹੁਤ ਭਾਰੀ ਮਾਇਆ ਇਹਨੇ ਕਮਾਉਣਾ ਕੀਤੀ ਹੈ। ਗੁਰ ਕੋ ਦਰਬ ਭਇਓ ਸਮੁਦਾਏ। ਤੇ ਇਹ ਦਸਵੰਧ ਦੀ ਮਾਇਆ ਜੋੜਦਾ ਹੁੰਦਾ ਸੀ ਆਪਣੇ ਘਰ। ਜਦੋਂ ਵੱਡਾ ਲਾਭ ਹੋਇਆ ਤੇ ਉਹ ਸਾਰੀ ਦਸਵੰਧ ਦੀ ਮਾਇਆ ਜਿਹੜੀ ਇਹਨੇ ਇਕੱਠੀ ਕਰ ਲਈ, ਸਾਰੇ ਪੈਸੇ ਦਸਵੰਧ ਦੇ ਜਦੋਂ ਵੱਡਾ ਲਾਭ ਹੋਇਆ ਤੇ ਮਾਇਆ ਮਹਾਰਾਜ ਵਾਸਤੇ ਵੀ ਉਹਨੇ ਵੱਧ ਪੈਸੇ ਨੇ ਕੱਢਣਾ ਕੀਤੇ ਆ। ਤਿਨ ਹਜੂਰ ਕੋ ਸੁਨਿਓ ਸੁਭਾਏ। ਤੇ ਇਹ ਸਿੱਖ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਭਾਅ ਸੁਣਿਆ ਸੀ। ਕਾਬਲ ਦੀਆਂ ਸੰਗਤਾਂ ਤੋਂ ਵੀ ਮਹਾਰਾਜ ਦਾ ਸੁਭਾਅ ਐਸਾ ਹੈ ਕਿ ਚੰਚਲ ਬਲੀ ਤੁਰੰਗ ਬਿਲੋਕਹਿ। ਵੀ ਜਦੋਂ ਸਿੱਖ ਕੋਈ ਚੰਚਲ ਸੁੰਦਰ ਘੋੜਾ ਲੈ ਕੇ ਜਾਂਦਾ ਹੈ ਨਾ ਗੁਰੂ ਹਰਗੋਬਿੰਦ ਸਾਹਿਬ ਪਾਸ, ਤੇ ਜਾਂ ਕੋਈ ਸ਼ਾਸਤਰ ਲੈ ਕੇ ਜਾਂਦਾ ਹੈ, ਲੈ ਸਿੱਖ ਤੇ ਕਰ ਦੇਤ ਅਸ਼ੋਕ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖ ਤੋਂ ਉਹ ਘੋੜਾ ਤੇ ਸ਼ਾਸਤਰ ਲੈ ਕੇ ਬੜੇ ਪ੍ਰਸੰਨ ਹੁੰਦੇ ਆ, ਤੇ ਸਿੱਖ ਦੇ ਸਾਰੇ ਹੀ ਦੁੱਖ ਗਮੀਆਂ ਕੱਟ ਦਿੰਦੇ ਆ, ਸ਼ੋਕ ਤੋਂ ਰਹਿਤ ਕਰ ਦਿੰਦੇ ਆ। ਅਧਿਕ ਸ਼ੌਕ ਹੋਵਹਿ ਅਸਵਾਰ। ਤੇ ਅਧਿਕ ਸ਼ੌਂਕ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਉੱਪਰ ਬੜੇ ਹੀ ਸ਼ੌਂਕ ਨਾਲ ਚੜ੍ਹਦੇ। ਜਦੋਂ ਸਿੱਖ ਲੈ ਕੇ ਆਉਂਦਾ ਘੋੜੇ ਦੀ ਸਵਾਰੀ ਕਰਦੇ ਆ ਸਿੱਖ ਦੇ ਸਾਹਮਣੇ ਹੀ, ਕਰਹਿ ਅਖੇਰ ਕੇਰ ਵਿਵਹਾਰ। ਤੇ ਉਸੇ ਘੋੜੇ ਤੇ ਚੜ੍ਹ ਕੇ ਹੀ ਸੁੰਦਰ ਘੋੜੇ ਦੇ ਮਹਾਰਾਜ ਬੜੇ ਸ਼ੌਕੀਨ ਹੈ, ਤੇ ਘੋੜੇ ਤੇ ਚੜ੍ਹ ਕੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਜਾਂਦੇ ਆ। ਗੁਰ ਕੋ ਦਰਬ ਬ੍ਰਿੰਦ ਮੈਂ ਜੋਰਾ। ਇਹਨੇ ਮਨ ਵਿੱਚ ਵਿਚਾਰ ਕੀਤੀ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਭੇਜਣ ਵਾਸਤੇ ਦਸਵੰਧ ਦੀ ਮਾਇਆ ਮੈਂ ਬਹੁਤ ਜੋੜ ਲਈ। ਤੋ ਦਸਵੰਧ ਹੁੰਦਾ ਖਾਲਸਾ ਜੀ ਜਿੰਨੀ ਕਮਾਈ ਆ ਨਾ, ਖਰਚਾ ਕੱਢ ਲਓ, ਉਹ ਜਿਹੜੀ ਆਮਦਨ ਆਈ ਉਹਦੇ 'ਚੋਂ 10ਵਾਂ ਹਿੱਸਾ ਕੱਢਣਾ। ਪਰ ਇਹ ਕੋਈ ਵਿਰਲਾ ਲੱਖ ਦੇ ਵਿੱਚੋਂ ਮੈਂ ਕਹਿੰਦਾ ਕੋਈ ਇੱਕ ਸਿੱਖ ਹੈ ਜਿਹੜਾ 10ਵਾਂ ਹਿੱਸਾ ਮਹਾਰਾਜ ਵਾਸਤੇ ਮਾਇਆ ਦਾ ਕੱਢਦਾ। ਨਹੀਂ ਤਾਂ ਵੇਖ ਲਓ ਹੁਣ ਜੇ ਇੱਕ ਕਿੱਲੇ ਵਿੱਚੋਂ ਜੇ ਫਰਜ਼ ਕਰੋ ਸੁਭਾਇਆ ਹੈ ਵੀ 70-80 ਹਜ਼ਾਰ ਦੀ ਫਸਲ ਕਿੱਲੇ ਦੀ ਨਿਕਲਦੀ ਹੈ ਚੰਗੇ ਸਮੇਂ ਤੋਂ, ਕੋਈ ਮਾੜਾ ਸਮਾਂ ਵੀ ਚਲੋ ਕਿਸੇ ਵੇਲੇ ਆ ਜਾਂਦਾ ਹੈ, ਸਮਾਂ ਤਾਂ ਪਰਮੇਸ਼ਰ ਦੇ ਹੱਥ ਹੈ। ਪਰ ਫਰਜ਼ ਕਰੋ ਵੀ ਅੰਦਾਜ਼ਨ ਜੇ ਸਾਰੇ ਸਾਲ ਵਿੱਚ ਕਿਤੇ 50,000 ਵੀ ਕਮਾਈ ਹੁੰਦੀ ਹੈ ਕਿਸੇ ਸਿੱਖ ਨੂੰ, ਕਿਹੜਾ ਸਿੱਖ ਹੈ ਜਿਹੜਾ 5,000 ਕੱਢਦਾ? 5 ਲੱਖ ਦੀ ਕਮਾਈ ਹੋਵੇ ਕਿਸੇ ਨੂੰ, ਤੇ ਕਿਹੜਾ ਸਿੱਖ ਹੈ ਜਿਹੜਾ 50,000 ਮਹਾਰਾਜ ਦੇ ਘਰ ਵਾਸਤੇ? ਕੋਈ ਵਿਰਲਾ 100 'ਚੋਂ ਇੱਕ ਸਿੱਖ ਹੈ। ਪਰ ਦਸਵੰਧ ਦੀ ਰੀਤ ਹੈ ਖਾਲਸਾ ਜੀ, ਸਿੱਖ ਨੂੰ ਜਿੰਨੀ ਮਾਇਆ ਟੱਕਰੇ, ਜਿੰਨੀ ਮਾਇਆ ਉਹਨੂੰ ਕੋਈ ਲਾਭ ਹੁੰਦਾ ਹੈ, ਜਿੰਨੀ ਮਾਇਆ ਜਿਹਨੂੰ ਆਪਾਂ ਪ੍ਰੋਫਿਟ ਕਹਿ ਦਿਓ, ਆਮਦਨ ਕਹਿ ਦਿਓ, ਉਹ ਆਮਦਨ ਵਿੱਚੋਂ ਖਰਚਾ ਕੱਢ ਕੇ ਜਿਹੜਾ ਬਚ ਗਿਆ ਉਹਦੇ ਵਿੱਚੋਂ 10ਵਾਂ ਹਿੱਸਾ ਕੱਢਣ ਨੂੰ ਦਸਵੰਧ ਆਖਦੇ ਆ। ਤੋ ਇਹ ਸਿੱਖ ਬਾਕਮਾਲ ਮਹਾਰਾਜ 'ਤੇ ਸ਼ਰਧਾ ਰੱਖਣ ਵਾਲਾ ਸਿੱਖ ਹੈ। ਇਹ 10ਵੇਂ ਹਿੱਸੇ ਦਸਵੰਧ ਦੀ ਮਾਇਆ ਜੋੜਦਾ, ਜਿੰਨੀ ਕਮਾਈ ਆਉਣੀ ਉਹਦਾ 10ਵਾਂ ਹਿੱਸਾ ਜਿਹੜਾ ਮਹਾਰਾਜ ਵਾਸਤੇ ਜੋੜੀ ਜਾਣਾ। ਤੇ ਜਦੋਂ ਕਾਫੀ ਮਾਇਆ ਹੋ ਜਾਣੀ ਤੇ ਕੋਈ ਵਸਤੂ ਲੈ ਕੇ ਮਹਾਰਾਜ ਦੇ ਘਰ ਭੇਂਟ ਲੈ ਕੇ ਆ ਜਾਣੀ, ਨਹੀਂ ਤੇ ਕੋਈ ਇਮਾਰਤਾਂ ਵਾਸਤੇ ਮਾਇਆ ਲੈ ਕੇ ਚਲ ਜਾਣਾ ਕਰਨਾ। ਤੋ ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਤੇ ਬੜੀ ਅਥਾਹ ਸ਼ਰਧਾ ਰੱਖਣ ਵਾਲਾ ਹੈ। ਤਾਂ ਤੇ ਲਿਓ ਟੋਰ ਕਰ ਘੋੜਾ। ਇਹਨੇ ਸੋਚਿਆ ਵੀ ਮਾਇਆ ਤਾਂ ਬੜੀ ਜੁੜ ਗਈ ਆ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਵੇਖ ਕੇ ਬੜੇ ਖੁਸ਼ ਹੁੰਦੇ ਆ। ਇਸ ਲਈ ਮੈਂ ਹੁਣ ਇੱਕ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਬੇਸ਼ਕੀਮਤੀ ਸੁੰਦਰ ਘੋੜਾ ਲੱਭਾਂ ਮਹਾਰਾਜ ਨੂੰ ਭੇਂਟ ਕਰਨ ਵਾਸਤੇ। ਦੂਰ ਦੂਰ ਲਗ ਖੋਜਨ ਕੀਨਸ। ਤੇ ਦੂਰ ਦੂਰ ਤੱਕ ਲੱਭਣ ਲੱਗ ਗਿਆ। ਭਾਵ ਘੋੜੇ ਤਾਂ ਹੁਣ ਕਾਬਲ 'ਚ ਕਿਹੜਾ ਨਹੀਂ ਹੈ ਸਨ, ਪਰ ਖਾਸ ਕੋਈ ਵੱਖਰਾ ਹੀ ਜਿਹੜਾ ਕਿਸੇ ਦੇ ਪਾਸ ਬਾਦਸ਼ਾਹ ਕੋਲ ਵੀ ਨਾ ਹੋਵੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਾਸਤੇ ਲੱਭਦਾ ਫਿਰਦਾ ਹੈ। ਵੱਡੇ ਮੋਲ ਕੋ ਬਾਜ ਨਾ ਚੀਨਸ। ਪਰ ਇਹਨੂੰ ਚੰਗੇ ਬੇਸ਼ਕੀਮਤੀ ਤੇ ਚੰਗੀ ਨਸਲ ਦਾ ਸੁੰਦਰ ਘੋੜਾ ਕਿਤੋਂ ਕਾਬਲ ਦੇ ਲਾਗਿਓਂ ਤਾਗਿਓਂ ਨਾ ਲੱਭਿਆ। ਬਲਖ ਬੁਗਾਰੇ ਮਹਿ ਨਹਿ ਪਾਇਓ। ਫਿਰ ਬਲਖ ਬੁਖਾਰੇ ਵੀ ਗਿਆ ਏ, ਉੱਥੋਂ ਵੀ ਇਹਨੂੰ
ਚੰਗੀ ਇਹਦੀ ਰੀਝ ਪੂਰੀ ਕਰਨ ਵਾਲਾ ਕੋਈ ਘੋੜਾ ਨਾ ਮਿਲਿਆ। ਆਗੇ ਰੂਮ ਦੇਸ਼ ਲਗ ਆਇਓ। ਅੱਗੇ ਰੋਮ ਦੇਸ਼ ਆਇਆ, ਇਹ ਰੋਮ ਦੇਸ਼ ਜਾ ਪਹੁੰਚਿਆ ਹੈ। ਤਹਿ ਕਿਤ ਸੁਨਿਓ ਰਾਖੀ ਘੋਰਾ। ਵਪਾਰੀਆਂ ਨੂੰ ਮਿਲਿਆ ਤੇ ਕਿਸੇ ਨੇ ਦੱਸਿਆ ਵੀ ਇੱਥੇ ਇਸ ਇਲਾਕੇ ਵਿੱਚ ਇੱਕ ਅਰਾਕੀ ਘੋੜਾ, ਰਾਕ ਦਾ ਘੋੜਾ ਵਿਕਣ ਵਾਸਤੇ ਆਇਆ ਹੋਇਆ ਹੈ। ਜਿਸ ਕੋ ਮੋਲ ਨਹੀਂ ਕਿਛ ਥੋਰਾ। ਪਰ ਇਹ ਹੈ ਵੀ ਸਿੱਖਾ ਉਹਦਾ ਮੁੱਲ ਨਹੀਂ ਥੋੜਾ, ਵੀ ਕੀਮਤ ਬਹੁਤ ਜ਼ਿਆਦਾ ਹੈ, ਕੋਈ ਉਸ ਘੋੜੇ ਨੂੰ ਖਰੀਦ ਨਹੀਂ ਰਿਹਾ। ਕਿਸੇ ਦੇ ਵੱਸ ਦੀ ਗੱਲ ਨਹੀਂ ਵੀ ਉਹ ਅਰਾਕੀ ਘੋੜਾ ਖਰੀਦ ਸਕੇ। ਬੂਝ ਬੂਝ ਸਭ ਤੇ ਸੁਧਤਾ ਕੀ। ਤੇ ਉਹਨੇ ਫਿਰ ਪਤਾ ਕੀਤਾ ਵੀ ਇਸ ਵਕਤ ਉਹ ਕਿਹੜੇ ਇਲਾਕੇ ਵਿੱਚ ਘੋੜਾ ਵਿਕਣ ਵਾਸਤੇ ਆਇਆ ਹੋਇਆ ਵਪਾਰੀਆਂ ਦਾ ਦਲ ਕਿੱਥੇ ਹੈ। ਤੋ ਐ ਪੁੱਛਦਾ ਪੁਛਾਉਂਦਾ ਇਹਨੇ ਸਾਰੀ ਖਬਰਸਾਰ ਲੈ ਲਈ ਹੈ। ਜਾਏ ਵੀ ਲੋਕਿਓ ਤੁਰੰਗ ਤੇ ਅਰਾਕੀ। ਜਾ ਪਹੁੰਚਿਆ ਜਿੱਥੇ ਵਪਾਰੀ ਉਹ ਘੋੜਾ ਲੈ ਕੇ ਆਏ ਹੋਏ ਸੀ ਇਰਾਕ ਦੇ ਰੂਮ ਦੇਸ਼ ਵਿੱਚ। ਉੱਥੇ ਜਾ ਕੇ ਨੇ ਬੜਾ ਬੇਸ਼ਕੀਮਤੀ ਬਹੁਤ ਸੁੰਦਰ ਘੋੜਾ, ਜਿਹੜਾ ਬਲੀ ਘੋੜਾ ਵੇਖਿਆ ਅਰਾਕੀ ਨਸਲ ਦਾ। ਹਾਥ ਫੇਰ ਬਹੁਤ ਸੁੰਦਰ ਹੀਰਾ। ਉਸ ਉੱਪਰ ਹੱਥ ਫੇਰ ਫੇਰ ਕੇ ਵੇਂਦਾ, ਬਹੁਤ ਸੁੰਦਰ ਬਰੀਕ ਚਮੜੀ ਤੇ ਐਨ ਸਫੈਦ ਰੰਗ ਦਾ ਸੁੰਦਰ ਹੈ। ਗੁਰ ਹਿਤ ਚਾਹਿਓ ਸਿੱਖ ਕਨੇਰਾ। ਤੇ ਸਿੱਖ ਦੇ ਮਨ ਵਿੱਚ ਚਾਹ ਬਣੀ ਵੀ ਆਹਾ ਇਹੋ ਜਿਹਾ ਘੋੜਾ ਕਿਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਭੇਟ ਕਰ ਦੇਵਾਂ, ਆਨੰਦ ਆ ਜਾਵੇਗਾ। ਕਹਿਓ ਮੂਲ ਮੁਝ ਦਿਹੋ ਸੁਨਾਈ। ਵਪਾਰੀ ਨੂੰ ਕਹਿੰਦਾ ਹੈ ਸਿੱਖ ਕਿ ਭਾਈ ਦੱਸੋ ਇਸ ਘੋੜੇ ਦਾ ਕੀ ਮੁੱਲ ਰੱਖਿਆ ਤੁਸਾਂ ਨੇ। ਹਮ ਲੇਵਹਿ ਤਨ ਦੇਹ ਰਖਾਈ। ਹਾਂ, ਜਿੰਨਾ ਮੰਗੇਗਾ ਅਸੀਂ ਹੱਸ ਕੇ ਗੁਰੂ ਸਾਹਿਬ ਵਾਸਤੇ ਇਹ ਘੋੜਾ ਖਰੀਦਣਾ ਤੇ ਹੱਸਦੇ ਹੋਏ ਤੈਨੂੰ ਧਨ ਦੇਵਾਂਗੇ। ਸੁਨਤ ਸੁਦਾਗਰ ਨੇ ਤਿਸ ਕਹਿਓ। ਤੇ ਸਿੱਖ ਦੇ ਕੱਪੜੇ ਚਲੋ ਸਾਦਾ ਹੀ ਲਿਬਾਸ ਸੀਗਾ, ਕਿਉਂਕਿ ਰਾਜਾ ਥੋੜਾ ਸੀ ਸਿੱਖ ਕੋਈ, ਤੋ ਚਾਹੇ ਅਮੀਰ ਸੀਗਾ। ਤੇ ਉਹ ਸੁਦਾਗਰ ਦੇ ਮਨ 'ਚ ਸੀ ਵੀ ਕੋਈ ਰਾਜਾ ਹੀ ਘੋੜਾ ਖਰੀਦੇਗਾ, ਹੈ ਵੀ ਰਾਜਿਆਂ ਦੇ ਖਰੀਦਣ ਵਾਲਾ ਸੀਗਾ। ਤੇ ਹੱਸ ਕੇ ਨਾ ਮਸ਼ਕਰੀ ਕਰਕੇ ਸੁਦਾਗਰ ਬੋਲਿਆ ਹੈ। ਲੈਬੇ ਉਚਿਤ ਨਹੀਂ ਤੂੰ ਲਹਿਓ। ਉਹ ਕਹਿੰਦਾ ਕਿ ਭਾਈ ਇਹ ਤੇਰੇ ਲੈਣ ਵਾਸਤੇ ਘੋੜਾ ਨਹੀਂ ਹੈ, ਇਹ ਮਤਲਬ ਤੈਨੂੰ ਵੇਖ ਕੇ ਲੱਗਦਾ ਵੀ ਇਹ ਤੇਰੀ ਹੈਸੀਅਤ ਨਹੀਂ ਵੀ ਤੂੰ ਇਹ ਘੋੜਾ ਲੈ ਸਕਦਾ ਹੋਵੇਂ। ਇਸ ਕੋ ਪਾਤਸ਼ਾਹੋ ਕੋ ਲੇਵੈ। ਕਿਉਂਕਿ ਇਹਨੂੰ ਤਾਂ ਕੋਈ ਰਾਜਾ ਕਰ ਲਊਗਾ, ਇਹ ਰਜਵਾੜਾ ਕੋਈ ਲਊਗਾ, ਕੋਈ ਬਾਦਸ਼ਾਹ ਪਾਤਸ਼ਾਹ ਹੀ ਇਹ ਘੋੜਾ ਖਰੀਦ ਸਕਦਾ ਹੈ। ਅਨਗਨ ਧਨ ਮਨ ਗਿਨ ਹੈ ਨਾ ਦੇਵੈ। ਇਹ ਘੋੜਾ ਉਹ ਖਰੀਦ ਸਕਦਾ ਜਿਹੜਾ ਅਣਗਿਣਤ ਮਾਇਆ ਦੇਵੇ, ਤੇ ਦੇਣ ਲੱਗਿਆ ਧਨ ਗਿਣੇ ਨਾ, ਭਾਵ ਬੇਗਿਣਤ ਧਨ ਮੈਨੂੰ ਦੇ ਦੇਵੇ ਜੋ। ਸਿੱਖ ਨੇ ਕਹਿਓ ਬਾਕ ਫੁਰ ਤੋਰਾ। ਤੇ ਸਿੱਖ ਹੱਸ ਕੇ ਕਹਿੰਦਾ ਹਾਂ ਵਪਾਰੀ ਜੀ, ਸੁਦਾਗਰ ਜੀ, ਤੁਹਾਡਾ ਬਚਨ ਬਿਲਕੁਲ ਸੱਚਾ ਹੈ। ਸੱਚਾ ਪਾਤਸ਼ਾਹੋ ਲੈ ਘੋਰਾ। ਇਹ ਘੋੜਾ ਸੱਚੀ ਸੱਚਾ ਪਾਤਸ਼ਾਹ ਲੈਣ ਲੱਗਾ। ਤੂੰ ਕਹਿਣਾ ਬਾਦਸ਼ਾਹ ਨੇ ਘੋੜਾ ਲੈਣਾ, ਵਾਕਈ ਇਹ ਘੋੜਾ ਬਾਦਸ਼ਾਹ ਦੇ ਘਰ ਜਾਣਾ, ਸੱਚੇ ਪਾਤਸ਼ਾਹ ਦੇ ਘਰ ਜਾਣਾ ਹੈ। ਗਿਨ ਹੈ ਨਾ ਧਨ ਮਨ ਕਰ ਕੇ ਜੋਏ। ਤੇ ਉਹ ਸੱਚਾ ਪਾਤਸ਼ਾਹ ਜਦੋਂ ਮਾਇਆ ਦਿੰਦਾ ਹੈ ਸਿੱਖ ਨੂੰ ਤੇ ਗਿਣ ਕੇ ਨਹੀਂ ਦਿੰਦਾ ਹੈ। ਉਸੇ ਤਰ੍ਹਾਂ ਇਹ ਜੇ ਤੇਰਾ ਬਚਨ ਸੱਚਾ ਹੈ, ਇਹ ਘੋੜਾ ਵਾਕਿਆ ਹੀ ਇੱਕ ਸੱਚੇ ਪਾਤਸ਼ਾਹ ਦੇ ਘਰ ਜਾਵੇਗਾ। ਇਹ ਤੋ ਰੰਗ ਲੇਵਤ ਹੈ ਸੋਏ। ਇਸ ਲਈ ਇਹ ਘੋੜਾ ਸੱਚਾ ਪਾਤਸ਼ਾਹ ਪਰਮੇਸ਼ਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਲੈ ਰਹੇ ਹਨ। ਕਹੋ ਮੋਲ ਹਮ ਲੈ ਸੁਨ ਕਾਨਾ। ਤੇ ਇਸ ਲਈ ਸਾਨੂੰ ਮੁੱਲ ਦੱਸ ਇਹਦਾ ਕੀ ਭਾਅ ਕੀ ਹੈ, ਅਸੀਂ ਸੁਣ ਲਈਏ ਕੰਨਾਂ ਦੇ ਨਾਲ ਤੇ ਖਰੀਦ ਸਕੀਏ। ਤਬ ਸੌਦਾਗਰ ਸਾਚ ਬਖਾਨਾ। ਫਿਰ ਸੁਦਾਗਰ ਨੇ ਫਿਰ ਸੱਚਾ ਬਚਨ ਭਾਵ ਇਹਦਾ ਜਿਹੜਾ ਵੀ ਮੁੱਲ ਹੈ ਉਹ ਦੱਸਣਾ ਕੀਤਾ ਹੈ। ਮੋਲ 1.25 ਲੱਖ ਇਸ ਕੋ ਪਾਵੈ। ਕਹਿੰਦਾ ਭਾਈ ਇਹਦਾ 1.25 ਲੱਖ ਰੁਪਇਆ ਮੁੱਲ ਅਸਾਨੇ ਉਹਨਾਂ ਸਮਿਆਂ 'ਚ ਖਾਲਸਾ ਜੀ 1.25 ਲੱਖ ਅੱਜ ਦੇ ਕਰੋੜ ਤੋਂ ਵੀ ਕਈ ਗੁਣਾ ਉੱਪਰ ਕਹਿ ਲਓ। ਤੋ ਆਖਿਆ ਵੀ ਇਹਦਾ ਮੁੱਲ 1.25 ਲੱਖ ਰੁਪਈਆ ਅਸਾਨੇ ਪਾਇਆ ਰੱਖਿਆ ਹੈ। ਲੱਖ ਦੀਏ ਬਿਨ ਹਾਥ ਨਾ ਆਵੈ। ਪਰ ਫਿਰ ਵੀ 1 ਲੱਖ ਤੋਂ ਮੈਂ ਘੱਟ ਨਹੀਂ ਦੇਣਾ, 1 ਲੱਖ ਰੁਪਈਆ ਦਿੱਤੇ ਬਿਨਾ ਕਿਸੇ ਦੇ ਹੱਥ ਨਹੀਂ ਆਵੇਗਾ। ਸੁਣ ਸਿੱਖ ਆਨੰਦ ਕਰ ਉਰ ਮਾਹੀ। ਉਹ ਸਮੇਂ ਫਿਰ ਸੁਣ ਕੇ ਸਿੱਖ ਨੇ ਮਨ ਵਿੱਚ ਬੜਾ ਆਨੰਦ ਕੀਤਾ ਹੈ, ਇਹਨੇ ਮੱਥੇ ਵੱਟ ਨਹੀਂ ਪਾਇਆ ਹੈ। ਗੁਰ ਕੋ ਦਰਬ ਇਤੋ ਹੋਏ ਨਾਹੀ। ਫਿਰ ਸੋਚਿਆ ਵੀ ਮੈਂ ਜਿਹੜੀ ਦਸਵੰਧ ਦੀ ਮਾਇਆ ਜੋੜੀ ਹੋਈ ਗੁਰੂ ਹਰਗੋਬਿੰਦ ਸਾਹਿਬ ਗੁਰੂ ਘਰ ਵਾਸਤੇ, ਉਹ ਅਜੇ ਥੋੜੀ ਹੈ ਵੀ ਇੰਨਾ ਲੱਖ ਰੁਪਈਆ ਮੈਂ ਦਸਵੰਧ ਵਾਸਤੇ ਅਜੇ ਜੋੜਿਆ ਨਹੀਂ ਹੈ। ਸਾਚੋ ਪਾਤਸ਼ਾਹੋ ਲੈ ਅਸ ਕੋ। ਪਰ ਮੈਂ ਹੁਣ ਇਹਨੂੰ ਕਹਿ ਬੈਠਾ ਵੀ ਤੇਰਾ ਘੋੜਾ ਸੱਚਾ ਪਾਤਸ਼ਾਹ ਲੈ ਰਹੇ ਹਨ। ਮੈਂ ਕਹਿ ਦਿਓ ਬਾਕ ਅਬ ਇਸ ਕੋ। ਤੇ ਮੈਂ ਹੁਣ ਮੁੱਖੋਂ ਬਚਨ ਕੱਢ ਦਿੱਤਾ ਵੀ ਇਹ ਘੋੜਾ ਮੈਂ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਖਰੀਦਣ ਆਇਆ ਹਾਂ। ਆਗੇ ਮੈਂ ਜੋ ਕਰੋ ਵਿਵਹਾਰ। ਇਸ ਲਈ ਵੀ ਹੁਣ ਦਸਵੰਧ ਦੀ ਮਾਇਆ ਜਿਵੇਂ ਕਹਿ ਲਓ 50-60 ਹਜ਼ਾਰ ਜੋੜਿਆ ਹੋਊਗਾ, ਤੇ ਅਜੇ ਮਾਇਆ ਪੂਰੀ ਨਹੀਂ ਘੋੜਾ ਲੈਣ ਵਾਸਤੇ 1 ਲੱਖ ਰੁਪਈਆ। ਫਿਰ ਸੋਚਦਾ ਵੀ ਚਲੋ ਆਪਾਂ ਕਿਹੜਾ ਹਟ ਜਾਣਾ, ਸਾਰੀ ਉਮਰ ਦਸਵੰਧ ਕੱਢਣ ਤੇ ਹੀ ਹੈ। ਏਕਰੀ ਮਾਇਆ ਮੈਂ ਆਪਦੇ ਕੋਲੋਂ 50,000 ਮਹਾਰਾਜ ਜਿਹੜੀ ਪਾਤਸ਼ਾਹ ਦੀ ਮਾਇਆ ਜੁੜੀ ਹੋਈ ਮੈਂ
ਉਹਦੇ ਵਿੱਚ ਜਿੰਨੀ ਮਾਇਆ ਘੱਟ ਹੈ ਲੱਖ ਤੋਂ ਮੈਂ ਆਪਦੇ ਕੋਲੋਂ ਮਾਇਆ ਪਾ ਦਿੰਦਾ ਹਾਂ। ਤਿਸ ਮਹਿ ਲੇਵੋ ਸ਼ੇਖ ਬਿਆਰ। ਤੇ ਜਦੋਂ ਅਗਾਂਹ ਕਿਤੇ ਮੈਂ ਵਪਾਰ ਜਾਂ ਕੋਈ ਕਾਰਜ ਕਰਦੇ ਹੀ ਰਹਿਣਾ ਹੈ, ਜਦੋਂ ਅੱਗੇ ਕੋਈ ਲਾਭ ਹੋਇਆ ਤੇ ਹੌਲੀ ਹੌਲੀ ਮੈਂ ਉਹ ਦਸਵੰਧ ਦੀ ਮਾਇਆ ਜਿੰਨੇ ਕੋਲੋਂ ਪੈਸੇ ਪਾਏ ਹੋਣਗੇ ਉਹ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਕੱਟ ਲਵਾਂਗਾ। ਵੀ ਲੇਖਾ ਮਾਵਾਂ ਧੀਆਂ ਦਾ ਵੀ ਜਿੰਨੀ ਮਾਇਆ ਮੈਂ ਹੁਣ ਕੋਲੋਂ ਪਾਵਾਂਗਾ ਦਸਵੰਧ ਘੱਟ ਹੈ। ਭਾਵ ਵੀ ਸਿੱਖ ਖਾਲਸਾ ਦੀ ਜਿਹੜੀ ਮਾਇਆ ਦਸਵੰਧ ਦੀ ਕੱਢ ਦਿੱਤੀ ਨਾ, ਉਹ ਮਾਇਆ ਨੂੰ ਆਪਦੀ ਨਹੀਂ ਸਮਝ ਰਿਹਾ, ਉਹ ਮਾਇਆ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸਮਝ ਰਿਹਾ ਹੈ। ਕਹਿੰਦਾ ਵੀ ਉਹ ਮਾਇਆ ਘੱਟ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਾਲੇ ਪੈਸੇ, ਤੇ ਜਿਹੜੇ ਪੈਸੇ ਮੈਂ ਹੁਣ ਕੋਲੋਂ ਪਾ ਦੇਵਾਂਗਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਾਲੇ ਖਾਤੇ ਵਾਲੇ ਪਾਸੇ, ਘੋੜਾ ਲੈ ਲਵਾਂਗਾ ਲੱਖ ਦਾ। ਤੇ ਜਦੋਂ ਫਿਰ ਮੈਂ ਅੱਗੇ ਮਹਾਰਾਜ ਦੇ ਦਸਵੰਧ ਕੱਢਣਾ, ਮਹਾਰਾਜ ਦਾ ਜਿਹੜਾ ਹੱਕ ਬਣਦਾ ਹੈ ਸਤਿਗੁਰਾਂ ਦਾ, ਉਹ ਮੈਂ ਆਪਣਾ ਫਰਜ਼ ਸਮਝ ਕੇ ਕੱਢਣਾ ਹੈ, ਤੇ ਉਹਦੇ ਵਿੱਚੋਂ ਓਨੀ ਮਾਇਆ ਮੈਂ ਕੱਟ ਲਵਾਂਗਾ ਸਮਾਂ ਪਾ ਕੇ ਥੋੜ੍ਹੀ ਥੋੜ੍ਹੀ ਕਰਕੇ। ਇਸ ਤਰ੍ਹਾਂ ਵਿਚਾਰ ਇਸ ਨੇ ਬਣਾਇਆ ਹੈ। ਇਹ ਮਨ ਠਾਨ ਲਾਖ ਹੀ ਦੀਨਾ। ਇਸ ਕਰਕੇ ਕੁਝ ਮਾਇਆ ਨੇ ਦਸਵੰਧ ਦੀ ਤੇ ਕੁਝ ਆਪਦੇ ਕੋਲੋਂ ਹੋਰ ਪਾ ਕੇ ਮਨ ਵਿੱਚ ਇਹ ਵਿਚਾਰ ਕਰਕੇ ਵੀ ਹੁਣ ਘੋੜਾ ਜ਼ਰੂਰ ਲੈ ਕੇ ਜਾਣਾ ਹੈ। ਘੋੜਾ ਖੋਲ ਤਹਾਂ ਤੇ ਲੀਨਾ। ਤੇ ਲੱਖ ਰੁਪਈਆ ਸੁਦਾਗਰ ਨੂੰ ਦੇ ਕੇ ਸਿੱਖ ਨੇ ਘੋੜਾ ਖੋਲ ਲਿਆ ਹੈ। ਨਟ ਬਾਜੀ ਜਿਮ ਬਾਜੀ ਚਾਲਾ। ਕਵੀ ਜੀ ਕਹਿੰਦੇ ਜਿਵੇਂ ਨਟ ਜਿਹੜਾ ਹੁੰਦਾ ਬਾਜੀ ਪਾਉਣ ਵਾਲਾ, ਮਦਾਰੀ ਬਾਜੀ ਪਾਉਣ ਜਾਂਦਾ ਹੈ। ਫਾਦਤ ਚੰਚਲ ਬਲੀ ਬਿਸਾਲਾ। ਭਾਵ ਚੁੰਗੀਆਂ ਭਰਦਾ ਹੋਇਆ ਹੈ ਜਿਹੜਾ ਘੋੜਾ ਹੈ ਨਾ, ਜਿਹੜਾ ਛਲਾਂਗਾ ਮਾਰਦਾ ਫਰਲਾਂਗ ਪੱਟਦਾ ਹੋਇਆ ਚੰਚਲ ਘੋੜਾ ਦੌੜਦਾ ਹੈ। ਜਿਉਂ ਕਿਉਂ ਕਰ ਕਾਬਲ ਮਹਿ ਲਿਆਇਓ। ਤੇ ਸਾਧ ਸੰਗਤ ਜੀ ਉਦੋਂ ਰਾਜ ਮੁਗਲਾਂ ਦਾ ਸੀ ਤੇ ਇਹ ਨਾ ਚੰਗਾ ਘੋੜਾ ਕਿਸੇ ਦੇ ਪਾਸ ਰਹਿਣ ਨਹੀਂ ਸੀ ਦਿੰਦੇ ਹੁੰਦੇ। ਅਕਸਰ ਹੀ ਘੋੜਿਆਂ ਦੇ ਪ੍ਰਸੰਗ ਤੁਹਾਨੂੰ ਮਿਲਣਗੇ। ਤੇ ਚੰਗੀ ਚੀਜ਼ ਵੀ ਨਹੀਂ ਸੀ ਕਿਸੇ ਦੇ ਪਾਸ ਰਹਿਣ ਦੇ। ਇੱਥੋਂ ਤੀਕਰ ਕਿਸੇ ਦੀ ਬਹੂ ਬੇਟੀ ਵੀ ਸੁੰਦਰ ਹੁੰਦੀ ਸੀ ਤੇ ਧੱਕੇ ਨਾਲ ਚੁੱਕ ਕੇ ਲੈ ਜਾਂਦੇ ਹੁੰਦੇ ਸੀ। ਤੋ ਇਸ ਤਰ੍ਹਾਂ ਜਿਹੜਾ ਹੈ ਇਹ ਡਰਦਾ ਹੋਇਆ ਸਿੱਖ ਮਸਾਂ ਲਕਾਸ਼ ਪਾ ਕੇ ਘੋੜੇ ਨੂੰ ਰੂਮ ਤੋਂ ਕਾਬਲ ਤੱਕ ਲੈ ਕੇ ਆਇਆ ਹੈ। ਪਟ ਪੁਰਾਨ ਸੋ ਰੱਖ ਹੈ ਛਾਇਓ। ਤੇ ਗੰਦੇ ਜੇ ਪੁਰਾਣੇ ਬੋਰੀਆਂ ਕੱਪੜੇ ਪਾ ਕੇ ਤੇ ਘੋੜੇ ਨੂੰ ਮਿੱਟੀ ਤੇ ਕਾਲਖ ਮਲ ਮਲ ਕੇ ਨਾ ਤੇ ਲੁਕਾ ਜੇ ਦਿੱਤਾ ਵੀ ਕਿਸੇ ਨੂੰ ਇਹ ਨਾ ਮਹਿਸੂਸ ਹੋਵੇ ਵੀ ਘੋੜਾ ਬਹੁਤ ਸੁੰਦਰ ਹੈ। ਗੁਰ ਦਰਸ਼ਨ ਕੋ ਅਧਿਕ ਉਮੰਗਤ। ਇਹਦੇ ਮਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਦਰਸ਼ਨਾਂ ਦਾ ਬੜਾ ਉਤਸ਼ਾਹ ਪ੍ਰੇਮ ਜਾਗਿਆ ਹੈ। ਕਾਬਲ ਆਦ ਮਿਲੀ ਬਹੁ ਸੰਗਤ। ਤੇ ਲਾਹੌਰ ਨੂੰ ਤੁਰਿਆ ਆਉਂਦਾ ਹੈ। ਇਹਨੂੰ ਕਾਬਲ ਦੇ ਕੋਲ ਆ ਕੇ, ਕਾਬਲ ਤੇ ਹੋਰ ਇਲਾਕੇ ਦੀ ਸੰਗਤ, ਉਹਨੇ ਵੀ ਲਾਹੌਰ ਆਉਣਾ ਸੀ ਸਤਿਗੁਰਾਂ ਦੇ ਦਰਸ਼ਨਾਂ ਨੂੰ। ਉਹ ਸੰਗਤ ਇਹਨੂੰ ਆਉਂਦਿਆਂ ਹੋਇਆਂ ਪਤਾ ਲੱਗਿਆ ਵੀ ਕੁਝ ਸੰਗਤ ਬਹੁਤ ਵੱਡਾ ਜਥਾ ਜਿਹੜਾ ਹੈ ਲਾਹੌਰ ਸਤਿਗੁਰਾਂ ਦੇ ਦਰਸ਼ਨਾਂ ਨੂੰ ਜਾ ਰਹੇ ਹੈ। ਇਹ ਵੀ ਉਹ ਸੰਗਤ ਵਿੱਚ ਜਾ ਮਿਲਿਆ ਹੈ। ਮਦਰ ਦੇਸ਼ ਕੋ ਆਵਣ ਲਾਗੀ। ਇਹ ਸਾਰੀ ਸੰਗਤ ਜਿਹੜੀ ਹੈ ਮਦਰ ਕਹੀਏ ਪੰਜਾਬ ਦੇਸ਼ ਨੂੰ ਆਉਣ ਲੱਗੀ ਹੈ। ਲੈ ਧਨ ਆਦ ਵਸਤ ਅਨੁਰਾਗੀ। ਤੋ ਸੰਗਤ ਬੜੇ ਸੁੰਦਰ ਬਸਤਰ ਹੈ। ਸਾਰੀ ਸੰਗਤ ਹੀ ਭੇਟਾ ਲੈ ਲੈ ਕੇ ਪ੍ਰੇਮਣ ਹੋਈ ਸੰਗਤ ਆ ਰਹੀ ਹੈ ਧਨ ਲੈ ਕਰਕੇ। ਲੈ ਤੂ ਰੰਗ ਸਭ ਸੰਗ ਮਿਲਿਓ ਹੈ। ਇਹ ਗੁਰਮੁਖ ਪਿਆਰਾ ਕਾਬਲ ਦਾ ਸਿੱਖ ਵੀ ਘੋੜਾ ਲੈ ਕੇ ਤੇ ਉਹ ਸਾਰੇ ਸੰਗਤ ਦੇ ਜਥੇ ਵਿੱਚ ਆਣ ਮਿਲਿਆ। ਅਧਿਕ ਛੁਪਾਵਤ ਪੰਥ ਚੱਲਿਓ ਤੇ ਹੈ। ਲਕਾਉਂਦਾ ਛਪਾਉਂਦਾ ਪੜਦੇ ਜੇ ਕਰਦਾ ਹੋਇਆ ਸੰਗਤ ਦੇ ਵਿਚਕਾਰ ਘੋੜੇ ਨੂੰ ਲਈ ਜਾਂਦਾ ਹੈ ਤੇ ਰਸਤੇ ਤੁਰਿਆ ਆਉਂਦਾ ਸੰਗਤ ਦੇ ਨਾਲ। ਨਹਿ ਉਮਰਾਵ ਦੇਖ ਕਰ ਲੇ। ਵੀ ਕਿਤੇ ਬਾਦਸ਼ਾਹ ਦਾ ਕੋਈ ਅਹਿਲਕਾਰ ਵੱਡਾ ਅਹੁਦੇਦਾਰ ਇਹ ਘੋੜਾ ਨਾ ਵੇਖ ਲਵੇ, ਉਹਦੇ ਨਿਗਾਹ ਵਿੱਚ ਨਾ ਪੈ ਜਾਵੇ। ਸਾਹੋ ਨਿਕਟ ਸੁਧ ਕੋ ਨਹਿ ਦੇ। ਵੀ ਜੇ ਉਹਨੇ ਵੇਖ ਲਿਆ ਕਿਤੇ ਨਾ ਹੋਵੇ ਕੋਈ ਖਬਰ ਕਰ ਦੇਵੇ ਬਾਦਸ਼ਾਹ ਸ਼ਾਹਜਹਾਨ ਦੇ ਤਾਈਂ। ਗੁਰ ਟਿਗ ਪਹੁੰਚ ਹੈ ਬਿਗਨ ਬਿਹੀਨ। ਵੀ ਕਿਸੇ ਤਰ੍ਹਾਂ ਵਿਘਨ ਨਾ ਪਵੇ ਤੇ ਲੁਕਾਸ਼ ਪਾ ਕੇ ਮੈਂ ਇੱਕ ਵਾਰੀ ਘੋੜਾ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਭੇਜ ਦੇਵਾਂ। ਇਸ ਹਿਤ ਜਤਨ ਅਨੇਕ ਸੋ ਕੀਨ। ਤੇ ਵਿਚਾਰੇ ਨੇ ਬੜੇ ਯਤਨ ਕੀਤੇ, ਲੁਕਾ ਛੁਪਾ ਕੇ ਘੋੜਾ ਲਈ ਜਾਂਦਾ ਹੈ। ਪਟਕ ਸਿੰਧ ਨਦ ਤਰੀ ਚੜਾਵਾ। ਪਹਿਲਾਂ ਖਾਲਸਾ ਜੀ ਕਟਕ ਦਰਿਆ ਬੇੜੀ ਤੇ ਚੜਾ ਕੇ ਪਾਰ ਕਰਵਾਇਆ ਘੋੜੇ ਨੂੰ, ਫਿਰ ਸਿੰਧ ਦਰਿਆ ਲੰਘਿਆ ਹੈ। ਤਟ ਉਰਾਰ ਲੈ ਜਬ ਉਲਕਾਵਾ। ਜਦੋਂ ਉਰਲੇ ਪਾਸੇ ਭਾਵ ਨਦੀਆਂ ਦੋਵੇਂ ਲੰਘ ਕੇ ਤੇ ਇਸ ਤਰ੍ਹਾਂ ਉਰਲੇ ਪੰਜਾਬ ਵਾਲੇ ਪਾਸੇ ਲਾਗੇ ਆਇਆ ਹੈ। ਇਮ ਇੱਕ ਉਮਰਾਵ ਪਿਛੋਰ ਸਿਧਾਰਾ। ਤੋ ਸਾਧ ਸੰਗਤ ਜੀ ਇੱਕ ਪਿਸ਼ੌਰ ਤੋਂ ਨਾ ਜਾਂ ਪਿਸ਼ੌਰ ਵਾਲੇ ਪਾਸੇ ਨੂੰ ਇੱਕ ਉਮਰਾਵ ਜਾ ਰਿਹਾ ਸੀ ਬਾਦਸ਼ਾਹ ਸ਼ਾਹਜਹਾਨ ਦੇ ਘਰ ਦਾ ਕੋਈ ਚੰਗਾ ਅਹੁਦੇਦਾਰ। ਇਹਦਾ ਮੁਗਲਸ ਖਾਂ ਨਾਮ ਆਉਂਦਾ ਹੈ। ਸੁੰਦਰ ਬਾਜੀ ਚਪਲ ਨਿਹਾਰਾ। ਉਹਨੇ ਜਦੋਂ ਵੇਖਿਆ, ਕਿਉਂਕਿ ਪਾਰਖੂ ਬਹੁਤ ਸੀਗਾ, ਚਾਹੇ ਨੇ ਬੜੇ ਯਤਨ ਕੀਤੇ ਕੱਪੜੇ ਕੁੱਪੜੇ 'ਚ ਲੁਕਾਇਆ ਸੀ, ਪਰ ਉਹਨੇ ਜਦੋਂ ਸੋਹਣਾ ਸੁੰਦਰ ਅੰਦਾਜ਼ਾ ਲਾ ਲਿਆ ਵੀ ਕੱਦ ਕਾਠ ਬਹੁਤ ਲੱਗਦਾ ਘੋੜੇ ਦਾ, ਬੜਾ ਸੁੰਦਰ ਹੋਵੇਗਾ। ਤਹਾਂ ਤੇਜ ਐਸੇ ਕੁਛ ਭਇਓ। ਕੁਛ ਜਿਹੜਾ ਘੋੜਾ ਸੀਗਾ ਉਹ ਜਦੋਂ ਇੱਧਰ ਪੰਜਾਬ ਵਾਲੇ ਪਾਸੇ ਉਤਰਿਆ
ਅਤੇ ਘੋੜੇ ਦਾ ਸੁਭਾਅ ਹੁੰਦਾ ਹੈ ਸਾਰਾ ਸਮਾਂ ਆਲਸੀ ਨਹੀਂ ਨਾ ਰਹਿ ਸਕਦੇ, ਇਹ ਮੱਛਰ ਦੇ ਵੀ ਹੈ। ਜਦੋਂ ਇੱਧਰ ਕਿਨਾਰੇ 'ਤੇ ਤਾਰਿਆ ਅਤੇ ਘੋੜਾ ਦੌੜਿਆ ਅਤੇ ਕੱਪੜੇ ਜੇ ਸਾਰੇ ਉਤਾਰ ਕੇ ਸੁੱਟ ਦਿੱਤੇ, ਮੱਛਰਨ ਦੇ ਨਾਲ ਲੇਟਣ ਲੱਗ ਪਿਆ, ਕਦੇ ਚੁੰਗੀਆਂ ਭਰਦਾ, ਅੱਗਾ ਚੁੱਕਦਾ, ਪੌੜ ਮਾਰਦਾ। ਇਸ ਤਰ੍ਹਾਂ ਉਹ ਜਦੋਂ ਘੋੜੇ ਨੇ ਆਪਦੀ ਫੁਰਤੀ ਵਿਖਾਈ, ਕਿਰਿਆ ਵਿਖਾਈ ਹੈ, ਕੱਪੜੇ ਕੁਪੜੇ ਸਾਰੇ ਘੋੜੇ ਦੇ ਉੱਪਰੋਂ ਡਿੱਗ ਪਏ ਹਨ ਅਤੇ ਸਾਰਾ ਘੋੜਾ ਪ੍ਰਤੱਖ ਹੋ ਗਿਆ ਹੈ। ਰੋਕਿਓ ਜਾਏ ਨਾ ਬਹੁ ਬਲ ਕਯੋ। ਸਿੱਖ ਵਿਚਾਰਾ ਬਥੇਰਾ ਨੱਪਦਾ ਘੁੱਟਦਾ, ਪਰ ਉਹ ਬਲ ਵਾਲਾ ਘੋੜਾ ਹੈ, ਫੁਰਤੀਲਾ ਹੈ। ਉਹਨੇ ਸਾਰੇ ਕੱਪੜੇ ਜੋ ਲਾਹ ਦਿੱਤੇ ਆ, ਬੋਰੀਆਂ ਬਾਰੀਆਂ ਸਿੱਟ ਦਿੱਤੀਆਂ ਹੇਠਾਂ, ਅਤੇ ਉਹ ਉੱਚੀ ਉੱਚੀ ਚੁੰਗੀਆਂ ਭਰਦਾ ਅਤੇ ਦੌੜ ਦੌੜ ਕੇ ਪੈਂਦਾ ਹੈ। ਸਨੇ ਸਨੇ ਸਾਦਰ ਕਰ ਫੇਰ। ਪਰ ਇਹਨੇ ਬੜਾ ਪ੍ਰੇਮ ਸਤਿਕਾਰ ਨਾਲ ਹੱਥ ਫੇਰ ਫੇਰ ਕੇ ਟਿਕਾ ਤਾਂ ਇੱਕ ਵਾਰੀ ਲਿਆ ਹੈ। ਕਰਿਓ ਟਿਕਾਵਨ ਘੋਰਾ ਫੇਰ। ਇਹਨੇ ਬੜੇ ਤਰਲੇ ਦੇ ਨਾਲ ਖਿੱਚ ਧੂ ਕੇ ਘੋੜੇ ਨੂੰ ਇੱਕ ਵਾਰੀ ਟਿਕਾ ਲਿਆ ਹੈ। ਪਿਖ ਉਮਰਾਵ ਰਿਦਾ ਬਿਰਮਾਇਓ। ਪਰ ਇਹ ਉਮਰਾਵ ਜਿਹੜਾ ਮੁਗਲਸ ਖਾਂ ਖਾਲਸਾ ਜੀ, ਇਹਨੂੰ ਦਿਸ ਗਿਆ ਘੋੜਾ, ਇਹਦਾ ਮਨ ਲਾਲਚੀ ਹੋ ਗਿਆ ਘੋੜਾ ਵੇਖ ਕਰਕੇ। ਮਨਹੁ ਕਮਲ ਪਰ ਭਵਰ ਲੁਭਾਇਓ। ਜਿਵੇਂ ਕਮਲ ਦੇ ਫੁੱਲ ਤੇ ਭੌਰ ਲੋਭੀ ਹੋ ਜਾਂਦਾ ਹੈ। ਬੂਝਣ ਕੀਨ ਹੈ ਕਿਸ ਘੋਰਾ। ਤੇ ਸਿੱਖ ਕੋਲ ਚੱਲ ਕੇ ਆਇਆ, ਉਹਨੂੰ ਐਸੀ ਵਪਾਰੀ ਹੋਊਗਾ ਕੋਈ, ਤੇ ਪੁੱਛਦਾ ਵੀ ਇਹ ਘੋੜਾ ਕਿਹਦਾ ਹੈ, ਕਿਸ ਤੋਂ ਲੈ ਕੇ ਆਇਆ ਹੈ। ਕਹਤੇ ਆਏ ਜਾਏ ਕਿਸ ਓਰਾ। ਤੂੰ ਘੋੜਾ ਕਿੱਥੋਂ ਲੈ ਕੇ ਆਇਆ ਤੇ ਅੱਗੇ ਕਿਹਨੇ ਖਰੀਦਿਆ ਤੇ ਕਿਹਦੇ ਕੋਲ ਇਹ ਘੋੜਾ ਜਾ ਰਿਹਾ ਹੈ। ਸ੍ਰੀ ਗੁਰ ਹਰਗੋਬਿੰਦ ਬਿਸਾਲਾ। ਸਿੱਖ ਕਹਿੰਦਾ ਇਹ ਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਗ ਦਾਤਿਆਂ ਵਾਸਤੇ ਚੱਲਿਆ ਹੈ। ਕਰਿਓ ਖਰੀਦਣ ਤਿਨ ਟਿਗ ਚਾਲਾ। ਤੇ ਮੈਂ ਖਰੀਦ ਕੇ ਲੈ ਕੇ ਆਇਆ ਸਤਿਗੁਰਾਂ ਵਾਸਤੇ ਤੇ ਹਜ਼ੂਰ ਨੂੰ ਭੇਟਾ ਕਰਨਾ ਹੈ। ਮੂਰਖ ਮਨ ਉਮਰਾਵ ਵਿਚਾਰਾ। ਕਵੀ ਜੀ ਕਹਿੰਦੇ ਜਿਹੜਾ ਮੁਗਲਸ ਖਾਂ ਉਮਰਾਵ ਹੈ, ਮੂਰਖ ਮਨ ਦਾ, ਜਿਹਦੇ ਮਨ ਵਿੱਚ ਕੋਈ ਸ਼ਰਧਾ ਭੈ ਨਹੀਂ ਸਤਿਗੁਰਾਂ ਦਾ, ਇਹਨੇ ਮਨ ਵਿੱਚ ਇਸ ਤਰ੍ਹਾਂ ਦਾ ਵਿਚਾਰ ਕੀਤਾ ਹੈ। ਸਾਹੋ ਉਚਿਤ ਹੈ ਰੁਚਰ ਨਿਹਾਰਾ। ਵੀ ਜੇ ਕਿਤੇ ਸਿੱਖ ਤੋਂ ਘੋੜਾ ਖੋਹ ਕੇ ਤੇ ਮੈਂ ਨਵੇਂ ਬਣੇ ਬਾਦਸ਼ਾਹ ਸ਼ਾਹਜਹਾਨ ਨੂੰ ਜਾ ਭੇਂਟ ਕਰਾਂ ਲੈ ਜਾਵਾਂ। ਚੜੇ ਹਰਖ ਕਰ ਮੋਹੇ ਸਰਾ ਹੈ। ਤੇ ਜਦੋਂ ਚੜ੍ਹੇਗਾ ਐਡਾ ਸੋਹਣਾ ਘੋੜਾ ਵੇਖੇਗਾ, ਇੰਨਾ ਬੇਸ਼ਕੀਮਤੀ, ਇਹਦੀ ਸਵਾਰੀ ਕਰੇਗਾ ਸ਼ਾਹਜਹਾਂ ਬਾਦਸ਼ਾਹ, ਤੇ ਮੈਨੂੰ ਬੜੀ ਮਾਇਆ ਦੇ ਕੇ ਲੱਦ ਦੇਵੇਗਾ, ਬੜਾ ਖੁਸ਼ ਹੋਵੇਗਾ। ਕਿਮ ਅਸਲੇ ਪੁਚਾਵੋ ਪਾਹੈ। ਸੋਚਦਾ ਵੀ ਹੁਣ ਕਿਹੜਾ ਮੈਂ ਤਰੀਕਾ ਵਰਤਾਂ, ਆ ਘੋੜਾ ਲੈ ਕੇ ਤੇ ਬਾਦਸ਼ਾਹ ਦੇ ਘਰ ਪਹੁੰਚਾ ਦੇਵਾਂ। ਸੋ ਪੀ ਰਹਿ ਸਾਹੋ ਕੇ ਪਾਸ। ਫਿਰ ਸੋਚਦਾ ਵੀ ਗੁਰੂ ਹਰਗੋਬਿੰਦ ਸਾਹਿਬ ਵੀ ਲਾਹੌਰ ਹੀ ਰਹਿੰਦੇ ਆ, ਤੇ ਕੀ ਆ ਵੀ ਇਹਨਾਂ ਦੀ ਜਿਵੇਂ ਜਹਾਂਗੀਰ ਨਾਲ ਬੜੀ ਬਣਦੀ ਸੀ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸੇਵਕ ਜਿਹੜਾ ਇਹ ਗਾਂ ਉਹਦਾ ਪੁੱਤਰ ਸ਼ਾਹਜਹਾਂ ਵੀ ਬਣਿਆ ਹੋਵੇ। ਹੋਏ ਨਾ ਆਸਰਿਸ ਕਰਹਿ ਪ੍ਰਕਾਸ਼। ਤੇ ਜੇ ਮੈਂ ਘੋੜਾ ਸਿੱਖ ਤੋਂ ਖੋਹ ਕੇ ਲੈ ਗਿਆ ਤੇ ਬਾਦਸ਼ਾਹ ਸ਼ਾਹਜਹਾਨ ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸੇਵਕ ਹੋਇਆ, ਤੇ ਇਹ ਨਾ ਹੋਵੇ ਵੀ ਮੇਥੇ ਗੁੱਸੇ ਹੋਵੇ, ਵੀ ਮੈਨੂੰ ਆਖੇ ਵੀ ਤੈਨੂੰ ਕਿਹਨੇ ਕਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਦਾ ਘੋੜਾ ਚੋਰੀ ਕਰਨ ਨੂੰ। ਤੋ ਇਹ ਨਾ ਹੋਵੇ ਵੀ ਮੈਨੂੰ ਸਜ਼ਾ ਦੇਵੇ ਜਾਂ ਨੌਕਰੀ ਤੋਂ ਬਰਖਾਸਤ ਕਰ ਦੇਵੇ। ਜਾਂ ਤੇ ਲਿਖ ਭੇਜੋ ਸੁਧ ਤਾਹੀ। ਤੇ ਇਹ ਚਲਾਕ ਸੀਗਾ, ਨੇ ਆਖਿਆ ਵੀ ਮੈਂ ਇਉਂ ਕਰਦਾ ਵੀ ਖਬਰ ਕਰ ਦੇਣਾ ਉਹ ਬਾਦਸ਼ਾਹ ਸ਼ਾਹਜਹਾਨ ਦੇ, ਤਾਂ ਹੀ ਮੈਂ ਚਿੱਠੀ ਲਿਖ ਭੇਜਦਾ ਹਾਂ। ਲੇਹ ਤੁਰੰਗ ਹੋਏ ਚਿਤ ਮਹਿ ਚਾਹੀ। ਜੇ ਉਹਦੇ ਚਿੱਤ 'ਚ ਇੱਛਾ ਹੋਈ ਵੀ ਸੋਹਣਾ ਘੋੜਾ ਲੈਣ ਦੀ ਸ਼ਾਹਜਹਾਨ ਦੇ, ਤੇ ਆਪੇ ਹੀ ਆਪ ਕੋਈ ਉਦਮ ਕਰਕੇ ਖੋਹ ਲਵੇਗਾ ਸਿੱਖ ਪਾਸੋਂ। ਅਦਬ ਕਰਹਿ ਤੋ ਨਾਹੀ ਨਾ ਲੇਵੈ। ਤੇ ਜੇ ਗੁਰੂ ਹਰਗੋਬਿੰਦ ਸਾਹਿਬ ਦਾ ਸਤਿਕਾਰ ਕਰਦਾ ਹੋਇਆ ਬਾਦਸ਼ਾਹ, ਤੇ ਫਿਰ ਆਪੇ ਇਹਨੂੰ ਦੱਸ ਦੇਵਾਂਗਾ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਾਸਤੇ ਘੋੜਾ ਆ ਰਿਹਾ ਇੱਧਰ ਲਾਹੌਰ ਵਾਲੇ ਪਾਸੇ ਨੂੰ, ਜੇ ਚਾਹੀਦਾ ਤੇ ਖੋਹ ਲਓ। ਤੋ ਜੇ ਤਾਂ ਸਤਿਕਾਰ ਰੱਖਦਾ ਹੋਇਆ ਬਾਦਸ਼ਾਹ ਸ਼ਾਹਜਹਾਂ, ਫਿਰ ਤਾਂ ਨਾ ਛੇੜੂਗਾ, ਤੇ ਜੇ ਨਹੀਂ ਗੁਰੂ ਹਰਗੋਬਿੰਦ ਸਾਹਿਬ ਦਾ ਸਤਿਕਾਰ ਇਹਦੇ ਮਨ ਵਿੱਚ, ਤੇ ਆਪੇ ਖੋਹ ਖਿੰਜ ਲਵੇਗਾ। ਮਮ ਸਿਰ ਦੋਸ਼ ਨਾ ਕਿਮ ਕੋ ਦੇਵੈ। ਤੇ ਇਸ ਕਰਕੇ ਕਿਸੇ ਤਰ੍ਹਾਂ ਵੀ ਮੇਰੇ ਸਿਰ ਕੋਈ ਦੋਸ਼ ਬਰਾ ਨਹੀਂ ਆਵੇਗਾ। ਇਮ ਵਿਚਾਰ ਖਤ ਕੋ ਲਿਖ ਭੇਜਾ। ਇਸ ਤਰ੍ਹਾਂ ਸਾਧ ਸੰਗਤ ਜੀ ਵਿਚਾਰ ਕੇ ਤੇ ਇਹਨੇ ਖਤ ਲਿਖ ਕੇ ਨਾ ਬਾਦਸ਼ਾਹ ਸ਼ਾਹਜਹਾਨ ਦੇ ਪਾਸ ਭੇਜ ਦਿੱਤਾ ਹੈ। ਨਰ ਕੋ ਕਹਿਓ ਤੁਰਤ ਹੀ ਲੈ ਜਾ। ਲਿਖ ਕੇ ਚਿੱਠੀ ਫੜਾ ਦਿੱਤੀ ਇੱਕ ਮਨੁੱਖ ਦੇ ਹੱਥ, ਤੇ ਆਖਿਆ ਛੇਤੀ ਦੇ ਨਾਲ ਬਾਦਸ਼ਾਹ ਲਾਹੌਰ ਠਹਿਰਿਆ ਉਹਦੇ ਪਾਸ ਲੈ ਜਾਣਾ ਕਰ। ਹਰਖਹਿ ਸਾਹੋ ਦਰਬ ਕੋ ਦੈ ਹੈ। ਤੇ ਕੋਈ ਨਹੀਂ, ਤੈਨੂੰ ਵੀ ਬਾਦਸ਼ਾਹ ਖੁਸ਼ੀ ਦੇ ਨਾਲ ਬੜਾ ਧਨ ਦੇ ਨਾਲ ਲੱਦ ਦੇਵੇਗਾ, ਬੜੀ ਮਾਇਆ ਦੇਵੇਗਾ। ਚੜ ਤੁਰੰਗ ਪਰ ਅਧਿਕ ਰਿਜੈ ਹੈ। ਜਦੋਂ ਬਾਦਸ਼ਾਹ ਚੜ੍ਹੇਗਾ ਇਸ ਘੋੜੇ ਤੇ ਬੜਾ ਖੁਸ਼ ਹੋਵੇਗਾ। ਮਜਲ ਵਿਸਾਲ ਪੰਥ ਸੋ ਚਾਲਾ। ਉਹ ਮਨੁੱਖ ਚਿੱਠੀ ਲੈ ਕੇ ਤੇ ਚੱਲ ਪਿਆ। ਮਜਲ ਨਾਮ ਜਿਹੜੀ ਹੁੰਦੀ, ਮਜਲ ਖਾਲਸਾ ਜੀ 12 ਕੋਹ ਦੀ ਗਿਣੀ ਹੈ,
ਮਜਲਾਂ ਕਰਦਾ ਹੋਇਆ 12 ਕੋਹ ਤੋਂ ਵੀ ਵੱਡਾ ਪੈਂਡਾ ਤੈਅ ਕਰਦਾ ਹੋਇਆ ਦੌੜਿਆ ਘੋੜੇ ਨੂੰ ਲੈ ਕੇ। ਪਹੁੰਚਿਓ ਸ਼ਾਹੋ ਪਾਸ ਤਿਸ ਕਾਲਾ। ਤੇ ਦੜਾਉਂਦਾ ਘੋੜਾ ਬਾਦਸ਼ਾਹ ਜਿਹੜਾ ਸ਼ਾਹਜਹਾਂ ਇਹਦੇ ਪਾਸ ਚਿੱਠੀ ਲੈ ਕੇ ਇਹ ਜਿਹੜਾ ਇੱਕ ਭੇਜਿਆ ਉਮਰਾਵ ਦਾ ਬੰਦਾ ਆਇਆ ਹੈ। ਬਿਲ ਕਿਹ ਸੋ ਟਿਗ ਲਿਖਿਓ ਪਠਾਇਓ। ਉੱਥੇ ਜਾ ਕੇ ਦਰਬਾਨਚੀ ਨੂੰ ਇਹਨੇ ਚਿੱਠੀ ਫੜਾ ਦਿੱਤੀ ਵੀ ਬਾਦਸ਼ਾਹ ਕੋਲ ਭੇਜ ਦਿਓ, ਚਿੱਠੀ ਪੜਾਉਣ ਯੋਗ ਹੈ। ਪਾਠ ਕਰ ਬਹੁਤ ਪਿਖਨ ਉਮਗਾਇਓ। ਤੇ ਜਦੋਂ ਪੜ੍ਹੀ ਚਿੱਠੀ ਸ਼ਾਹਜਹਾਨ ਨੇ ਬੜਾ ਖੁਸ਼ ਹੋਇਆ। ਇਹਦਾ ਮਨ ਕੀਤਾ ਵੀ ਐਡਾ, ਕਿਉਂਕਿ ਸ਼ੌਕੀਨ ਇਹ ਵੀ ਬਹੁਤ ਸੀ ਘੋੜੇ ਰੱਖਣ ਦਾ, ਨਵਾਂ ਬਾਦਸ਼ਾਹ ਬਣਿਆ ਸੀ, ਫਿਰ ਫੌਜ ਹੋਰ ਤਗੜੀ ਕਰਨ ਦੀ ਇੱਛਾ ਸੀ ਇਹਦੀ। ਤੋ ਸੋਚਿਆ ਵੀ ਐਡੀ ਸਿਫਤ ਕੀਤੀ ਹੈ ਮੁਗਲਸ ਖਾਨ ਨੇ ਜਿਸ ਘੋੜੇ ਦੀ, ਜ਼ਰੂਰ ਵੇਖਣਾ ਚਾਹੀਦਾ ਹੈ। ਨਰ ਕੋ ਬੂਝਿਓ ਨਿਕਟ ਹਕਾਰੇ। ਜਿਹੜਾ ਚਿੱਠੀ ਲੈ ਕੇ ਆਇਆ ਸੀ ਉਹਨੂੰ ਆਪਦੇ ਪਾਸ ਬੁਲਾ ਲਿਆ ਹੈ। ਕਹਿ ਆਵਤ ਅਸ ਤੁਰੰਗ ਉਦਾਰੇ। ਤੇ ਬਾਦਸ਼ਾਹ ਸ਼ਾਹਜਹਾਂ ਪੁੱਛਦਾ ਵੀ ਜਿਹੜਾ ਘੋੜੇ ਦੀ ਤੂੰ ਹੁਣ ਚਿੱਠੀ ਲੈ ਕੇ ਆਇਆ, ਮੁਗਲਸ ਖਾਨ ਨੇ ਕਿੱਥੋਂ ਚਿੱਠੀ ਭੇਜੀ ਹੈ, ਉਹ ਘੋੜਾ ਕਿੱਧਰ ਨੂੰ ਆ ਰਿਹਾ ਤੇ ਇਸ ਸਮੇਂ ਕਿੱਥੇ ਤੱਕ ਪਹੁੰਚਿਆ ਹੈ। ਦੋਏ ਤ੍ਰੈ ਮਜਲ ਪਿਛਾਰੀ ਮੇਰੇ। ਉਹ ਕਹਿੰਦਾ ਵੀ ਮੇਥੋਂ 2-3 ਮਜਲਾਂ ਹੀ ਪਿੱਛੇ ਆ, ਭਾਵ ਵੀ 25 ਕੋਹ ਤੋਂ ਲੈ ਕੇ 35 ਕੋਹ ਦੇ ਵਿੱਚ ਇਲਾਕੇ ਇੱਥੋਂ ਦੂਰ, ਕਹਿ ਲਓ ਵੀ ਇੰਨੀ ਕੁ ਲਾਗੇ ਘੋੜਾ ਆ ਚੁੱਕਾ ਹੈ। ਆਵਤ ਚੱਲਿਓ ਗੁਰੂ ਕੇ ਡੇਰੇ। ਤੇ ਸੁਣਿਆ ਵੀ ਗੁਰੂ ਹਰਗੋਬਿੰਦ ਸਾਹਿਬ ਵੀ ਲਾਹੌਰ ਠਹਿਰੇ ਆ ਤੇ ਲਾਹੌਰ ਵਾਲੀ ਉਹ ਘੋੜਾ ਲੈ ਕੇ ਸਿੱਖ ਪਹੁੰਚ ਰਿਹਾ ਹੈ। ਬਹੁ ਸੰਗਤ ਜਿਸ ਕੇ ਸੰਗ ਆਵਤ। ਤੇ ਬੜੀ ਸੰਗਤ ਵੀ ਉਸ ਸਿੱਖ ਦੇ ਨਾਲ ਆ ਰਹੀ ਹੈ। ਮੈਂ ਸੁਧ ਹਿਤ ਪਹੁੰਚਿਓ ਉਤਲਾਵਤ। ਮੈਨੂੰ ਛੇਤੀ ਦੇ ਨਾਲ ਉਮਰਾਵ ਤੁਹਾਡੇ ਮੁਗਲਸ ਖਾਨ ਨੇ ਭੇਜਿਆ, ਮੈਂ ਛੇਤੀ ਤੁਹਾਡੇ ਪਾਸ ਪਹੁੰਚਿਆ ਹਾਂ। ਸੁਨਤ ਸ਼ਾਹੋ ਕੁਛ ਸੈਨ ਪਠਾਈ। ਤੋ ਇਸ ਤਰ੍ਹਾਂ ਖਾਲਸਾ ਜੀ ਇਹ ਸ਼ਾਹਜਹਾਨ ਨੇ ਸੁਣ ਕੇ ਨਾ ਚਿੱਠੀ ਪੜ੍ਹ ਕੇ ਤੇ ਕੁਝ ਫੌਜ ਭੇਜ ਦਿੱਤੀ ਘੋੜਾ ਖੋਹਣ ਵਾਸਤੇ। ਪਠ ਉਮਰਾਵ ਸੋ ਲਿਓ ਮੰਗਾਈ। ਤੇ ਜਾ ਕੇ ਉਮਰਾਵ ਜਿਹੜਾ ਨਾ ਇਹ ਮੁਗਲਸ ਖਾਂ ਉਹਦੇ ਕੋਲ ਭੇਜ ਦਿੱਤੀ ਫੌਜ, ਤੇ ਉਹਨੇ ਨਾਲ ਲੱਗ ਕੇ ਤੇ ਸਿੱਖ ਤੋਂ ਘੋੜਾ ਖੋਹ ਲਿਆ ਹੈ। ਪਰਮ ਦੁਖੀ ਸਿੱਖ ਬਸ ਨਹਿ ਚਾਲਾ। ਹੁਣ ਸਿੱਖ ਕੱਲਾ ਵਿਚਾਰਾ ਤੇ ਕੋਈ ਵਸ ਨਾ ਚੱਲਿਆ। ਇਹਨਾਂ ਨੇ ਨਾ ਮੁਗਲਾਂ ਨੇ ਉਹਨਾਂ ਤੋਂ ਉਹ ਸਿੱਖ ਤੋਂ ਘੋੜਾ ਖੋਹ ਲਿਆ ਹੈ ਤੇ ਸਿੱਖ ਬੜਾ ਦੁਖੀ ਹੋਇਆ ਹੈ। ਦਿਓ ਤੁਰੰਗ ਸ਼ੋਕ ਵਿਸਾਲਾ। ਬੜਾ ਦੁਖੀ ਹੁੰਦੇ ਹੋਏ ਨੇ ਬੜੇ ਹਾੜੇ ਕੱਢੇ, ਪਰ ਇਹਨਾਂ ਖੋਹ ਲਿਆ ਘੋੜਾ, ਇਹਨੇ ਘੋੜਾ ਦੇ ਦਿੱਤਾ ਹੈ। ਇਹਦੇ ਮਨ ਵਿੱਚ ਬੜਾ ਦੁੱਖ ਹੋ ਰਿਹਾ ਹੈ ਵੀ ਇਹ ਤਾਂ ਮੈਂ ਪਾਤਸ਼ਾਹ ਵਾਸਤੇ ਲੈ ਕੇ ਚੱਲਿਆ ਸਾਂ। ਸਭ ਸੰਗਤ ਕੋ ਤਿਆਗ ਪਿਛਾਰੀ। ਇਹ ਸਿੱਖ ਫਿਰ ਛੇਤੀ ਦੇ ਨਾਲ ਸਾਰੀ ਸੰਗਤ ਨੂੰ ਇੱਥੇ ਹੀ ਰੋਕ, ਕਿਉਂਕਿ ਕੁਝ ਸੰਗਤ ਘੋੜਿਆਂ ਤੇ ਵੀ ਆ ਰਹੀ ਸੀ ਵਿੱਚ। ਤੋ ਕਿਸੇ ਸਿੱਖ ਤੋਂ ਘੋੜਾ ਲੈ ਕੇ ਨਾ ਇਹ ਸਿੱਖ ਨੇ ਜਦੋਂ ਇਹਦਾ ਘੋੜਾ ਮਹਾਰਾਜ ਨੂੰ ਦੇਣਾ ਸੀ ਜਿਹੜਾ ਖੋਹ ਲਿਆ, ਤੇ ਸਿੱਖ ਨੇ ਫਿਰ ਫੁਰਤੀ ਵਿਖਾਈ। ਉਹਨੇ ਛੇਤੀ ਦੇ ਨਾਲ ਇੱਕ ਘੋੜਾ ਕਿਸੇ ਗੁਰਮੁਖ ਤੋਂ ਲੈ ਕੇ ਤੇ ਲਾਹੌਰ ਵੱਲ ਨੂੰ ਖਿੱਚ ਦਿੱਤਾ, ਦੌੜਾ ਦਿੱਤਾ ਹੈ। ਸੁਧ ਦੈ ਬੇਹਿਤ ਧਾਏ ਅਗਾਰੀ। ਵੀ ਮੈਂ ਛੇਤੀ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖਬਰ ਕਰਦਾ ਹਾਂ। ਲਉਪੁਰ ਮਹਿ ਸਤਿਗੁਰ ਕੇ ਡੇਰੇ। ਮੁਜੰਗੀ ਪਿੰਡ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਰੁਕੇ ਹੋਏ ਹੈ। ਪਹੁੰਚਿਓ ਦਿਲ ਦਿਲ ਗੀਰਕ ਨੇੜੇ। ਤੇ ਇਹ ਸਿੱਖ ਛੇਤੀ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਪਾਸ ਪਹੁੰਚਿਆ ਵੈ। ਹਾਥ ਜੋੜ ਕਰ ਬੰਦਨ ਠਾਨੀ। ਨੇਤਰਾਂ ਚੋਂ ਜਲ ਵਹਿੰਦਾ, ਹੱਥ ਜੋੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਸਮੁਖ ਖੜੋ ਦ੍ਰਿਗ ਨਿਕਸਿਓ ਪਾਨੀ। ਤੇ ਬੋਲਿਆ ਕੁਝ ਨਹੀਂ ਜਾਂਦਾ, ਖੜ ਕੇ ਹੱਥ ਜੋੜ ਕੇ ਮਹਾਰਾਜ ਦੇ ਸਾਹਮਣੇ ਖੜਾ ਨੇਤਰਾਂ ਚੋਂ ਪਾਣੀ ਵਗਾਈ ਜਾਂਦਾ, ਹੰਝੂ ਵਗਾ ਰਿਹਾ ਹੈ। ਕਹਿਓ ਨਾ ਜਾਏ ਬਾਖ ਮੁਖ ਬਾਹਰ। ਆਖੀ ਹੁਣ ਮੁਖੋਂ ਕੋ ਬਚਣ ਨਹੀਂ ਕਹਿ ਹੋ ਰਿਹਾ। ਬੜਾ ਦੁਖੀ ਹੋਇਆ ਵੀ ਗੁਰੂ ਘਰ ਦੀ ਵਸਤੂ ਜਿਹੜੀ ਉਹ ਕੋਈ ਲੁੱਟ ਕੇ ਲੈ ਗਿਆ। ਇੱਕ ਵਾਰੀ ਸਾਧ ਸੰਗਤ ਦੀ ਬਚਪਨ ਵਿੱਚ ਇੱਥੇ ਜਿੱਥੇ ਸੰਗੂ ਧੌਣ ਦਰਬਾਰ ਬਣਦਾ ਹੈ ਨਾ ਮੁਕਤਸਰ ਸਾਹਿਬ ਦੇ ਪਰਲਾ ਬਠਿੰਡਾ ਰੋਡ ਦੇ ਲਾਗੇ, ਉੱਤੇ ਹੀ ਆਓ। ਉੱਥੇ ਇੱਕ ਵਾਰੀ ਬਚਪਨ ਵਿੱਚ ਮੈਂ ਵੀ ਸੇਵਾ ਗਿਆ ਸੀ, ਤੇ ਉਦੋਂ ਇੱਥੇ ਕਾਰ ਸੇਵਾ ਮੁਕਤਸਰ ਸਾਹਿਬ ਦੇ ਡੇਰਾ ਦਿੱਲੀ ਵਾਲਿਆਂ ਦਾ ਇੱਥੇ ਮਹਾਂਪੁਰਖ ਬਾਬਾ ਭੋਲਾ ਜੀ ਹੋਇਆ ਕਰਦੇ ਸਨ। ਤੋ ਉਹ ਪਾਲਕੀ ਜਿਹੜੀ ਇੱਥੇ ਦਰਬਾਰ ਬਣਦਾ, ਹੁਣ ਤਾਂ ਬਣ ਗਿਆ ਖੈਰ, ਇੱਥੇ ਪਾਲਕੀ ਬਣਨੀ ਸੀਗੀ। ਪਾਲਕੀ ਵਾਸਤੇ ਪੱਥਰ ਆਇਆ ਸੀ ਮਕਰਾਣੇ ਤੋਂ, ਅਤੇ ਉਹ ਇਕੱਲੀ ਪਾਲਕੀ, ਅਤੇ ਪਾਲਕੀ ਕਾਫੀ 7-8-10 ਲੱਖ ਦੀ ਬਣਦੀ ਹੈ, ਕਿਉਂਕਿ ਸਪੈਸ਼ਲ ਕਹਿ ਕੇ ਬਣਵਾਉਂਦੇ ਆ ਉੱਧਰ। ਅਤੇ ਪੱਥਰ ਨੂੰ ਤਰਾਸ਼ਣ ਲੱਗਿਆ ਬੜਾ ਪੱਥਰ ਵੀ ਉਹਨਾਂ ਦਾ ਖਰਾਬ ਹੋ ਜਾਂਦਾ ਮਕਰਾਣੇ ਵਾਲਿਆਂ ਦਾ, ਅਤੇ ਕਾਫੀ ਮੁੱਲ ਲੱਗਦਾ ਉਹ ਪਾਲਕੀ 'ਤੇ। 10-10 ਲੱਖ ਰੁਪਈਆ ਵੀ ਪਾਲਕੀ 'ਤੇ ਲੱਗ ਜਾਂਦਾ। ਉਹਨਾਂ ਟਰੱਕ ਵਾਲਾ ਸ਼ਾਇਦ ਉਹਨੇ ਥੱਲੇ ਕੋਈ ਪੁਖਤਾ ਇੰਤਜ਼ਾਮ ਨਾ ਕੀਤੇ, ਸਿੱਧੀ ਪਾਲਕੀ ਰੱਖ ਕੇ ਲੈ ਆਇਆ। ਅਤੇ ਆਪਣੇ ਨਗਰ ਦੀ ਸੇਵਾ ਗਈ ਹੋਈ ਸੀ ਉਦੋਂ ਉੱਥੇ। ਜਦੋਂ ਪਾਲਕੀ ਲਾਉਣ ਲੱਗੇ ਤਾਂ ਖਾਲਸਾ ਜੀ ਉਹ ਸਾਰੇ ਪਿੱਲਰ ਵੀ, ਕੋਈ ਵਿਰਲਾ ਹੀ ਟੁਕੜਾ ਸੀ ਜਿਹੜਾ ਸਾਬਤ ਬਚਿਆ, ਸਾਰੀ ਪਾਲਕੀ ਟੁੱਟੀ ਹੋਈ ਸੀ। ਮੇਰੇ ਅੱਖਾਂ ਵੇਖਣ ਦੀ ਗੱਲ ਹੈ। ਅਤੇ ਜਦੋਂ ਡਾਲਾ ਖੋਲ੍ਹਿਆ ਅਤੇ ਸਿੰਘ ਭੱਜ ਕੇ ਸੰਗਤ ਪਈ ਪਾਲਕੀ ਚੁੱਕਣੋਂ, ਜਿਹੜਾ ਟੁਕੜਾ ਚੁੱਕਣੋਂ ਬਾਹੀਆਂ ਟੁੱਟੀਆਂ।
ਅਤੇ ਬਾਬਾ ਭੋਲਾ ਸਿੰਘ ਜੀ ਵੀ ਉਦੋਂ ਉੱਥੇ ਆ ਗਏ। ਤੋ ਮਹਾਂਪੁਰਖ ਵੇਖ ਕੇ ਮੇਰੇ ਵੇਖਣ ਦੀ ਗੱਲ ਹੈ ਵੀ ਅੱਖਾਂ 'ਚ ਪਾਣੀ ਆ ਗਿਆ, ਬਹੁਤ ਰੋਏ। ਅਤੇ ਉਹ ਜਿਹੜਾ ਡਰਾਈਵਰ ਸੀਗਾ ਉਹ ਵੀ ਕੋਲ ਆ ਗਿਆ ਅਤੇ ਸਿਰ ਮਾਰ ਕੇ ਆਖਿਆ, ਉਹ ਕਿਰਾਏਦਾਰ ਸੀ ਕੋਈ ਉੱਧਰੋਂ ਮਕਰਾਣੇ ਵਾਲਿਆਂ ਹੀ ਭੇਜਿਆ। ਸਿਰ ਮਾਰ ਕੇ ਆਖਿਆ, ਕਹਿੰਦੇ ਵੀ ਇਹ ਘੱਟੋ ਘੱਟ 1 ਲੱਖ ਜਿੰਨੇ ਦੀ ਵੀ ਪਾਲਕੀ ਹੈ, ਘੱਟੋ ਘੱਟ ਵੀ ਲੱਖ ਸਿੱਖਾਂ ਦੀ ਮਾਇਆ ਤੂੰ ਖਰਾਬ ਕੀਤੀ। 1 ਲੱਖ ਸਿੱਖ ਦੀ ਦਸਵੰਧ ਦੀ ਮਾਇਆ ਦਾ ਨੁਕਸਾਨ ਕੀਤਾ, ਇਹਦਾ ਦੇਣਾ ਕਿੱਥੇ ਦੇਵੇਂਗਾ। ਤੋ ਉਹ ਗੋਡੀ ਹੱਥ ਲਾਵੇ। ਉਹਨੇ ਵੀ ਬੜਾ ਪਛਤਾਵਾ ਕੀਤਾ ਵੀ ਮੈਥੋਂ ਭੁੱਲ ਹੋ ਗਈ ਹੈ। ਕਹਿੰਦੇ ਵੀ ਤੇਰੀ ਨਿੱਕੀ ਜਿਹੀ ਗਲਤੀ ਨਾਲ ਗੁਰੂ ਘਰ ਦੀ ਕਿੰਨੀ 7-10 ਲੱਖ ਮਾਇਆ ਦਾ ਜਿਹੜਾ ਉਹ ਨੁਕਸਾਨ ਹੋਇਆ, ਵੀ ਇਹਦਾ ਭਰਪਾਈ ਕੌਣ ਕਰੇਗਾ। ਰੁਪਈਆ ਕਰਕੇ ਸੰਗਤ ਜਿਹੜੀ ਮਾਇਆ ਇਸ ਤਰ੍ਹਾਂ ਇਕੱਠੀ ਹੁੰਦੀ ਹੈ। ਤੋ ਇਹ ਖਾਲਸਾ ਦੀ ਭਾਵਨਾ ਹੁੰਦੀ ਆਪੋ ਆਪਣੀ, ਵੀ ਕਈ ਵਾਰੀ ਤਾਂ ਵੇਖੀਦਾ ਵੀ ਆ ਕੋਈ ਵਸਤੂ ਵੱਧ ਜੀ ਕਹਿੰਦੇ ਨੇ ਜੀ ਕੀ ਹੋਣ ਲੱਗਾ ਜੀ ਡੋਲ ਦਿਓ, ਜਾਂ ਇਸ ਤਰ੍ਹਾਂ ਕੋਈ ਖਰਾਬ ਹੋਈ ਜਾਂਦੀ ਹੈ, ਕੋਈ ਇਮਾਰਤ ਹੈ ਜੀ ਢਾਹ ਦਿਓ, ਕੋਈ ਨਹੀਂ ਜੀ ਕਰ ਦਿਓ, ਇਹਦਾ ਕੀ ਹੋਣ ਲੱਗਿਆ। ਤੋ ਇਸ ਤਰ੍ਹਾਂ ਉਹ ਵੇਖਣਾ ਪੈਂਦਾ ਵੀ ਵੇਖੋ ਸੰਗਤ ਨੇ ਕਿੱਡਾ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਦੁੱਧ ਕੱਢ ਕੇ ਉਹ ਵੇਚਿਆ ਹੁੰਦਾ ਹੈ ਕਿਵੇਂ, ਕਿਉਂਕਿ ਘਰਾਂ ਵਰਗੇ ਘਰ ਹੈ ਸਾਰੇ ਭਾਈ। ਤੋ ਗਰੀਬ ਸਿੱਖਾਂ ਨੇ ਮਸਾਂ ਮਾਇਆ ਇਕੱਠੀ ਕਰਕੇ ਗੁਰੂ ਘਰਾਂ ਦੇ ਪ੍ਰਬੰਧਾਂ ਵਾਸਤੇ ਭੇਜਦੇ ਹੈ ਵੀ ਚਲੋ ਸੱਚੇ ਪਾਤਸ਼ਾਹ ਮਹਾਰਾਜ ਦੇ ਮਿਹਰਾਮਤਾਂ ਸਾਡੇ 'ਤੇ ਮਿਹਰ ਰੱਖੇ, ਅਸੀਂ ਦਸਵੰਧ ਕੱਢੀਏ। ਤੋ ਦਸਵੰਧ ਦੀ ਮਾਇਆ ਖਾਲਸਾ ਜੀ ਜਿਹੜੀ ਹੈ ਉਹ ਔਖਾ ਹੈ, ਉਹਨੂੰ ਜਿਹੜਾ ਨਰਾਦਰ ਕਰਦਾ ਉਸ ਮਾਇਆ ਦੀ ਬੇਪਤੀ ਕਰਦਾ, ਚਾਹੇ ਕੋਈ ਪ੍ਰਬੰਧਕ ਕੋਈ ਗ੍ਰੰਥੀ ਸਿੰਘ ਵੀ ਕਿਉਂ ਨਾ ਹੋਵੇ, ਕੋਈ ਮਹਾਂਪੁਰਖ ਵੀ ਕਿਉਂ ਨਾ ਬਣਿਆ ਫਿਰਦਾ ਹੋਵੇ। ਤੋ ਜਿਹੜਾ ਸੰਗਤ ਦੀ ਮਾਇਆ ਦਾ ਨੁਕਸਾਨ ਕਰਦਾ ਉਹ ਪਾਤਸ਼ਾਹ ਨੂੰ ਕਦੇ ਬਖਸ਼ਦੇ ਨਹੀਂ ਹੈ। ਤੋ ਇੱਥੇ ਸਿੱਖ ਰੋਂਦਾ ਵੀ ਮਹਾਰਾਜ ਮੇਰੀ ਮਾਇਆ ਨਹੀਂ ਖਰਾਬ ਹੋਈ ਪਾਤਸ਼ਾਹ ਜੀ। ਮਹਾਰਾਜ ਲੱਖ ਰੁਪਈਆ ਗੁਰੂ ਘਰ ਦਾ ਉਹਨਾਂ ਸਮਿਆਂ ਦਾ, ਤੋ ਪਾਤਸ਼ਾਹ ਜੀ ਲੱਖ ਰੁਪਈਆ ਗੁਰੂ ਘਰ ਦਾ ਖਰਾਬ ਹੋਇਆ। ਇਹਦੇ ਮੂੰਹੋਂ ਕੁਝ ਬੋਲਿਆ ਨਹੀਂ ਜਾਂਦਾ, ਨੇਤਰਾਂ 'ਚੋਂ ਜਲ ਘੇਰਦਾ, ਹੱਥ ਜੋੜ ਕੇ ਖੜਾ ਹੋਇਆ ਹੈ। ਕਰਦਮ ਸ਼ੌਂਕ ਤਸਿਓ ਹੋਏ ਜਾਹਰ। ਤੋ ਕਵੀ ਜੀ ਕਹਿੰਦੇ ਵੀ ਇਸ ਤਰ੍ਹਾਂ ਬੋਲਿਆ ਕੁਝ ਨਹੀਂ ਜਾਂਦਾ, ਅਤੇ ਕਰਦਮ ਨਾਮ ਚਿੱਕੜ ਦਾ ਸੋਗ ਰੂਪੀ ਅਫਸੋਸ ਰੂਪੀ ਦੁੱਖ ਰੂਪੀ ਚਿੱਕੜ ਵਿੱਚ ਇਹ ਧਸਿਆ ਹੀ ਜਾਂਦਾ, ਪ੍ਰਤੱਖ ਪ੍ਰਗਟ ਹੀ ਪਰਖਿਓ ਸ੍ਰੀ ਹਰਗੋਬਿੰਦ ਪਾਖਾ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਾਣ ਗਏ ਵੀ ਸਿੱਖ ਦੇ ਮਨ ਦੀ ਬੜਾ ਦੁਖੀ ਲੱਗਦਾ ਹੈ। ਸਤਿਗੁਰੂ ਕਹਿਣ ਲੱਗੇ, ਸਿੱਖ ਨੂੰ ਪੁੱਛਣ ਲੱਗੇ ਹੈ, ਕਹੋ ਸਿੱਖਾ ਔਰ ਕੀ ਅਭਿਲਾਖਾ। ਮਹਾਰਾਜ ਕਹਿੰਦੇ ਕੀ ਗੱਲ ਹੈ ਗੁਰਮੁਖਾ, ਕਿਹੜੀ ਗੱਲ ਤੋਂ ਨੇਤਰਾਂ ਚੋਂ ਹੰਝੂ ਵਹਾ ਰਿਹਾ ਹੈ, ਕੀ ਤੇਰੇ ਮਨ ਦੀ ਇੱਛਾ ਫੁਰਨਾ ਹੈ। ਦੀਨ ਬਦਨ ਚਿੰਤਾ ਤੁਰ ਹੇਰਾ। ਹਾਂ ਦਿਸਦਾ ਸਾਨੂੰ ਵੀ ਤੂੰ ਬੜਾ ਦੁਖੀ ਹੋ ਰਿਹਾ ਹੈ, ਮੁਖ ਤੇਰਾ ਬੜਾ ਕੁਮਲਾਇਆ ਹੋਇਆ ਹੈ। ਕੋ ਕਾਰਜ ਬਿਗੜਿਓ ਵੱਡ ਤੇਰਾ। ਕੋਈ ਵੱਡਾ ਕਾਰਜ ਵਿਗੜ ਗਿਆ ਤੇਰਾ, ਵੱਡਾ ਨੁਕਸਾਨ ਹੋ ਗਿਆ ਜਿਹੜਾ ਇਸ ਤਰ੍ਹਾਂ ਸਾਡੇ ਸਾਹਮਣੇ ਖੜ ਕੇ ਹੱਥ ਬੰਨ੍ਹ ਕੇ ਰੋਈ ਜਾਂਦਾ ਹੈ। ਸੁਣ ਸਿੱਖ ਨੇ ਧਰ ਕਰ ਉਰ ਧੀਰ। ਤੇ ਹਿਰਦੇ 'ਚ ਧੀਰ ਧਾਰਦਾ ਹੋਇਆ ਗੁਰਮੁਖ ਪਿਆਰਾ ਮਹਾਰਾਜ ਅੱਗੇ ਬੋਲਿਆ ਵੈ। ਨੀਠ ਨੀਠ ਬੋਲਿਓ ਗੁਰ ਤੀਰ। ਮਸਾ ਹੰਝੂ ਰੋਕਦਾ ਹੋਇਆ ਸਿੱਖ ਸਤਿਗੁਰਾਂ ਨੂੰ ਕਹਿਣ ਲੱਗਾ ਬੇਨਤੀ ਰੂਪ, ਗੁਰ ਜੀ ਬਿਗੜਿਓ ਕਾਜ ਵਿਸਾਲਾ। ਸੱਚੇ ਪਾਤਸ਼ਾਹ ਵੱਡਾ ਹੀ ਕਾਰਜ ਵਿਗੜ ਗਿਆ ਹੈ, ਬਹੁਤ ਵੱਡਾ ਮਹਾਰਾਜ ਕਾਰਜ ਵਿਗੜ ਗਿਆ, ਨੁਕਸਾਨ ਹੋ ਗਿਆ ਹੈ। ਜਿਸ ਹਿਤ ਜਤਨ ਕੀਨ ਚਿਰਕਾਲਾ। ਮਹਾਰਾਜ ਜਿਸ ਕਾਰਜ ਦੇ ਸਫਲ ਹੋਣ ਵਾਸਤੇ ਮੈਂ ਬੜੇ ਸਮੇਂ ਤੋਂ ਯਤਨ ਕਰ ਰਿਹਾ ਸੀ, ਬਲਖ ਬੁਖਾਰਾ ਆਧਿਕ ਖੋਜਾ। ਮਹਾਰਾਜ ਉਹ ਗੁਰੂ ਘਰ ਦਾ ਕਾਰਜ ਕਰਨ ਵਾਸਤੇ ਮੈਂ ਬਲਖ ਬੁਖਾਰਾ, ਇਸ ਤੋਂ ਇਲਾਵਾ ਬੜੇ ਅਰਬ ਦੇਸ਼ ਵੀ ਖੋਜ ਲਏ ਸਨ। ਕਰਤ ਤਲਾਸ਼ ਬਿਤੇ ਬਹੁ ਰੋਜਾ। ਜਿਹਦੀ ਤਲਾਸ਼ ਕਰਦਿਆਂ ਹੋਇਆਂ ਮੈਨੂੰ ਕਈ ਮਹੀਨੇ ਲੰਘ ਗਏ, ਸਮਾਂ ਬਤੀਤ ਹੋ ਗਿਆ। ਕਰ ਕੈ ਪ੍ਰੇਮ ਰੂਮ ਲੱਗ ਗਇਓ। ਤੇ ਪ੍ਰੇਮ ਤੁਹਾਡੇ ਦਾ ਬੱਝਾ ਹੋਇਆ ਮਹਾਰਾਜ, ਤੁਹਾਡੇ ਘਰ ਦਾ ਕਾਰਜ ਕਰਨ ਵਾਸਤੇ ਮੈਂ ਰੂਮ ਦੇਸ਼ ਤੱਕ ਵੀ ਪਹੁੰਚ ਕੀਤੀ। ਜਿਸ ਹਿਤ ਦਰਬ ਲਾਖ ਗਿਣ ਦਇਓ। ਜਿਸ ਕਾਰਜ ਵਾਸਤੇ ਤੁਹਾਡੀ ਖੁਸ਼ੀ ਲੈਣ ਵਾਸਤੇ ਮਹਾਰਾਜ ਮੈਂ ਦਸਵੰਧ ਦੀ ਮਾਇਆ 1 ਲੱਖ ਰੁਪਈਆ ਖਰਚਿਆ ਹੈ। ਚੰਚਲ ਬਲੀ ਬਿਲੰਦ ਤੁਰੰਗ। ਤੇ ਰੋਂਦਾ ਹੋਇਆ ਸਿੱਖ ਕਹਿੰਦਾ ਮਹਾਰਾਜ ਉਹ ਘੋੜਾ ਬੜਾ ਬਲ ਵਾਲਾ, ਬਹੁਤ ਉੱਚੇ ਲੰਮੇ ਕੱਦ ਵਾਲਾ ਹੈ ਸੀ, ਚੰਚਲ। ਆਨਿਓ ਬੜ ਉਪਾਏ ਕੇ ਮਹਾਰਾਜ ਮੈਂ ਲਕੋ ਕੇ ਢੱਕ ਕੇ ਬੜੇ ਉਪਾਅ ਦੇ ਨਾਲ ਤੇ ਪੰਜਾਬ ਤੱਕ ਲੈ ਆਇਆ ਸਾਂ। ਜੀਰਨ ਬਸਤਰ ਰਹਿਓ ਦਬਾਵਤ। ਤੇ ਪੁਰਾਣੇ ਵਸਤਰਾਂ ਦੇ ਵਿੱਚ ਮਿੱਟੀ ਘਟਾ ਉੱਤੇ ਧੂੜ ਕੇ ਉਹਦਾ ਮੂੰਹ ਸਿਰ ਕਾਲਾ ਗੋਬਰ ਨਾਲ ਕਰਕੇ ਇੱਥੋਂ ਤੀਕਰ ਲਿਆਇਆ ਸਾਂ। ਸੰਗਤ ਸੰਗ ਲੀਏ ਮੈਂ ਆਵਤ। ਮਹਾਰਾਜ ਕਾਬਲ ਦੀ ਸੰਗਤ ਨਾਲ ਸੀ ਮਹਾਰਾਜ,
ਜਦੋਂ ਮੈਂ ਲੈ ਕੇ ਇੱਥੇ ਪੰਜਾਬ ਦੇ ਲਾਗੇ ਪਹੁੰਚ ਗਿਆ ਸਾਂ। ਪਾਤਸ਼ਾਹੋ ਕੋ ਸੁਧ ਕਿਨ ਦੀਨਸ। ਕਿਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਸੇ ਮੁਗਲ ਨੇ ਬਾਦਸ਼ਾਹ ਦੇ ਘਰ ਦੇ ਨੇ ਇਹਨੂੰ ਛਾਂ ਜਾਣ ਨੂੰ ਖਬਰ ਜਾ ਕੀਤੀ। ਪਠ ਕੁਛ ਸੈਨ ਛੀਨ ਸੋ ਲੀਨਸ। ਉਹਨਾਂ ਕੁਝ ਫੌਜ ਭੇਜੀ ਤੇ ਮਹਾਰਾਜ ਮੇਥੋਂ ਤੁਹਾਡੇ ਘਰ ਵਾਸਤੇ ਲਿਆਂਦਾ ਹੋਇਆ ਘੋੜਾ ਖੋਹ ਲਿਆ ਹੈ। ਬਸ ਨਹਿ ਚਲਿਓ ਖੋਰ ਤਹਿ ਰਹਿਓ। ਮਹਾਰਾਜ ਮੈਂ ਕੱਲਾ ਕਰਕੇ ਮੇਰਾ ਕੋਈ ਵਸ ਨਹੀਂ ਚੱਲਿਆ, ਉਹਨਾਂ ਨੇ ਖੋਹ ਲਿਆ, ਕੋਈ ਮੇਰਾ ਦੁੱਖ ਨਹੀਂ ਸੁਣਿਆ, ਮੈਂ ਖੜਾ ਵੇਖਦਾ ਰਹਿਆ। ਤਿਸ ਤੇ ਚਿੰਤ ਸ਼ੋਕ ਬਹੁ ਲਹਿਓ। ਇਸ ਲਈ ਮਹਾਰਾਜ ਮੈਨੂੰ ਬੜਾ ਦੁੱਖ ਹੋ ਰਿਹਾ, ਬੜੀ ਚਿੰਤਾ ਹੋ ਰਹੀ ਹੈ। ਨਹੀਂ ਭਾਵਨਾ ਪੂਰਨ ਭਈ। ਮਹਾਰਾਜ ਮੇਰੀ ਭਾਵਨਾ ਸੀ ਵੀ ਤੁਸੀਂ ਉੱਤੇ ਚੜ੍ਹ ਕੇ ਸ਼ਿਕਾਰ ਖੇਡਿਆ ਕਰੋ, ਮਹਾਰਾਜ ਤੁਹਾਡੇ ਘਰ ਦੇ ਇਸ ਗਰੀਬ ਸਿੱਖ ਦੀ ਭਾਵਨਾ ਪੂਰੀ ਨਹੀਂ ਹੋਈ ਹੈ। ਮਨ ਕੀ ਮਨ ਹੀ ਮਹਿ ਰਹਿ ਗਈ। ਮੇਰੇ ਮਨ ਦੀ ਭਾਵਨਾ ਕਾਮਨਾ ਮਹਾਰਾਜ ਮਨ ਵਿੱਚ ਹੀ ਰਹਿ ਗਈ ਦਬ ਕਰਕੇ। ਤਿਸ ਪਰ ਗੁਰ ਚੜਾਏ ਨਹਿ ਹੇਰੇ। ਮੈਂ ਚਾਹੁੰਦਾ ਸੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਤੁਹਾਨੂੰ ਚੜਿਆ ਹੋਇਆ ਉਸ ਘੋੜੇ ਤੇ ਵੇਖਾਂ, ਪਰ ਨਹੀਂ ਵੇਖ ਹੋਇਆ ਹੈ। ਮਹਾ ਕਸ਼ਟ ਚਿਤ ਉਪਜਤ ਮੇਰੇ। ਮੇਰੇ ਮਨ ਵਿੱਚ ਬੜਾ ਦੁੱਖ ਹੁਣ ਹੋ ਰਿਹਾ ਵੀ ਮੇਰੀ ਇੱਛਾ ਪੂਰੀ ਹੋਣੋਂ ਰਹਿ ਗਈ ਹੈ। ਕਾਬੁਲਪੁਰ ਕੋ ਮੈਂ ਨਿਤ ਬਾਸੀ। ਮਹਾਰਾਜ ਮੈਂ ਨਿਤਾਪੁਰਤ ਰਹਿਣ ਵਾਲਾ ਕਾਬਲ ਨਗਰ ਦਾ, ਮੈਂ ਕਾਬਲ ਦੇ ਰਹਿਣ ਵਾਲਾ ਤੁਹਾਡਾ ਸਿੱਖ ਹਾਂ। ਕਰੋ ਬਿਹੋਰ ਅਧਿਕ ਧਨ ਪਾਸੀ। ਮਹਾਰਾਜ ਮੇਰਾ ਕਾਰ ਵਿਹਾਰ ਐਸਾ ਵੀ ਚਲੋ ਮੇਰੇ ਕੋਲ ਧਨ ਬਹੁਤ ਰਹਿੰਦਾ, ਤੁਹਾਡਾ ਦਿੱਤਾ ਬੜਾ ਕਾਰੋਬਾਰ ਖੁੱਲਾ ਡੁੱਲਾ ਹੈ। ਦਰਬ ਦਸੌਂਦ ਕੇਰ ਬਹੁ ਹੋਵਾ। ਮਹਾਰਾਜ ਮੈਂ ਦਸਵੰਧ ਜੋੜਦਾ ਤੇ ਦਸਵੰਧ ਇਸ ਵਾਰੀ ਕਾਫੀ ਮੁਨਾਫਾ ਹੋਣ ਕਰਕੇ ਬੜਾ ਖੁੱਲਾ ਹੋ ਗਿਆ ਸੀ। ਮੈਂ ਵਿਚਾਰ ਤਬ ਚਿਤ ਮੈਂ ਤੇ ਜੋਵਾ। ਮੈਂ ਮਨ ਵਿੱਚ ਵਿਚਾਰ ਕੀਤੀ ਪਾਤਸ਼ਾਹ ਜੀ ਤੁਹਾਡੀ ਖੁਸ਼ੀ ਲੈਣ ਵਾਸਤੇ ਜਾਣਿਆ ਬੁੱਝਿਆ ਹੈ। ਜਿਸ ਤੇ ਗੁਰ ਪ੍ਰਸੰਨ ਚਿਤ ਹੋਏ। ਵੀ ਇਹੋ ਜੀ ਵਸਤੂ ਜਿਹਦੇ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਾਰਿਆਂ ਤੋਂ ਵੱਧ ਪ੍ਰਸੰਨ ਹੋਣ, ਬਹੁਤੇ ਖੁਸ਼ ਹੋਇਆ ਕਰਨਾ। ਐਸੀ ਵਸਤ ਖਰੀਦੋ ਕੋਏ। ਮੈਂ ਇਹੋ ਜੀ ਕੋਈ ਵਸਤੂ ਮਹਾਰਾਜ ਵਾਸਤੇ ਖਰੀਦਾਂਗਾ ਜਿਹੜੀ ਵਸਤੂ ਵੇਖ ਕੇ ਸੱਚੇ ਪਾਤਸ਼ਾਹ ਜੀ ਡਾਢੇ ਹੀ ਖੁਸ਼ ਹੋ ਜਾਵਣ ਮੇਰੇ ਤੇ। ਬਹੁ ਸਿੱਖਣ ਤੇ ਸੁਨਿਓ ਸੁਭਾਏ। ਤੇ ਮੈਂ ਕਈ ਵਾਰੀ ਮਹਾਰਾਜ ਤੁਹਾਡਾ ਸੁਭਾਅ ਸੁਣਿਆ ਹੋਇਆ ਸੀ ਬੜਿਆਂ ਸਿੱਖਾਂ ਕਾਬਲ ਦੀਆਂ ਸੰਗਤਾਂ ਤੋਂ। ਚੰਚਲ ਬਾਜੀ ਤੇ ਹਰ ਖਾਏ। ਵੀ ਜਿਹੜਾ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਜਾਂਦਾ, ਮਾਇਆ ਦੇਣ ਵਾਲੇ ਵੱਲ ਮਹਾਰਾਜ ਬਹੁਤਾ ਧਿਆਨ ਨਹੀਂ ਦਿੰਦੇ। ਸ਼ਾਸਤਰ ਨੌਜਵਾਨ ਲੈ ਕੇ ਆਵੇ ਤੇ ਨੌਜਵਾਨ ਭਰਤੀ ਹੋਵੇ, ਮਹਾਰਾਜ ਛਾਤੀ ਨਾਲ ਲਾਉਂਦੇ ਆ। ਜੇ ਕੋਈ ਸਿੱਖ ਘੋੜਾ ਲੈ ਕੇ ਆਵੇ ਤੇ ਮਹਾਰਾਜ ਛਾਤੀ ਨਾਲ ਲਾ ਕੇ ਬੜੇ ਵਰਦਾਨ ਦਿੰਦੇ ਆ। ਜਾਂ ਤੇ ਖੋਜ ਦੇਸ਼ ਮਹਿ ਆਨਾ। ਘੋੜਾ ਲੈ ਕੇ ਮਹਾਰਾਜ ਬੜਾ ਪ੍ਰਸੰਨ ਹੁੰਦੇ ਆ। ਇਸ ਲਈ ਪਾਤਸ਼ਾਹ ਤੁਹਾਡੀ ਖੁਸ਼ੀ ਲੈਣ ਵਾਸਤੇ ਮੈਂ ਬੜੇ ਬੜੇ ਦੇਸ਼ ਖੋਜਣ ਲੱਗ ਪਿਆ। ਤਿਨ ਛੀਨਤ ਕੋ ਬੈਨ ਬਖਾਨਾ। ਤੇ ਮਹਾਰਾਜ ਮੈਂ ਰੋਮ ਦੇਸ਼ ਚੋਂ ਜਾ ਤੁਹਾਡੇ ਲਈ ਸੁੰਦਰ ਘੋੜਾ ਖਰੀਦਿਆ 1 ਲੱਖ ਰੁਪਈਏ ਦਾ। ਪਾਤਸ਼ਾਹ ਜੀ ਉਹਨਾਂ ਮੂਰਖਾਂ ਨੇ ਮਹਾਰਾਜ ਉਹ ਘੋੜਾ ਖੋਹ ਲੈਣਾ ਕੀਤਾ ਹੈ। ਸ੍ਰੀ ਗੁਰੂ ਹਰਗੋਬਿੰਦ ਦੇ ਮੋਲ। ਤੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਉਹ ਘੋੜਾ ਮੇਥੋਂ ਇਹਨਾਂ ਨੇ ਖੋਹ ਲੈਣਾ ਕੀਤਾ ਹੈ। ਮੰਗਵਾਇਓ ਬਹੁ ਦੇਛਨ ਟੋਲ। ਮੈਂ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੀ ਵਾਸਤੇ ਮੰਗਵਾਇਆ ਸੀ ਬੜੇ ਦੇਸ਼ਾਂ ਤੋਂ ਲੱਭ ਲਭਾ ਕਰਕੇ। ਕਿਨਹੋ ਨਾ ਮਾਨੀ ਕਹੈ ਸੋ ਕੌਣ। ਮਹਾਰਾਜ ਉਹਨਾਂ ਘੋੜਾ ਖੋਹ ਲਿਆ। ਮੈਂ ਉਹਨਾਂ ਨੂੰ ਵੀ ਆਖਿਆ ਵੀ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਾਸਤੇ ਲੈ ਕੇ ਚੱਲਿਆ, ਪਰ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ, ਮੇਰੀ ਇੱਕ ਗੱਲ ਨਹੀਂ ਮੰਨੀ। ਹੁਣ ਮਹਾਰਾਜ ਉਹਨਾਂ ਦੇ ਅੱਗੇ ਕੌਣ ਬੋਲ ਸਕਦਾ, ਸਮੇਂ ਦੀ ਹਕੂਮਤ ਹੈ। ਲਿਓ ਸ਼ਾਹੋ ਅਸਠਾਨੀ ਮੌਨ। ਤੋ ਇਸ ਤਰ੍ਹਾਂ ਘੋੜਾ ਲੈ ਕਰਕੇ ਉਹਨੇ ਜਿਹੜਾ ਵੈ ਉਹ ਮੈਂ ਆਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਵਾਸਤੇ ਹੈ, ਪਰ ਉਹ ਘੋੜਾ ਖੋਹ ਕੇ ਚੁੱਪਚਾਪ ਉੱਥੋਂ ਤੁਰਦੇ ਬਣੇ ਸਨ। ਹੋਏ ਬਿਨ ਬਸ ਮੈਂ ਸੰਕਟ ਲਹਿਓ। ਮੈਂ ਬੇਵਸ ਹੋ ਗਿਆ ਪਾਤਸ਼ਾਹ ਜੀ, ਕੋਈ ਵਾਹ ਨਹੀਂ ਚੱਲੀ, ਮੈਨੂੰ ਦੁੱਖ ਤੋਂ ਬਿਨਾ ਹੋਰ ਕੁਝ ਨਹੀਂ ਮਿਲਿਆ। ਤਾਏ ਪ੍ਰਸੰਗ ਆਪ ਸੋ ਕਹਿਓ। ਮੈਂ ਛੇਤੀ ਨਾਲ ਦੌੜ ਕੇ ਤੇ ਸਾਰੀ ਗੱਲ ਆਣ ਤੁਹਾਨੂੰ ਦੱਸ ਦਿੱਤੀ ਵੈ। ਸਿੱਖ ਕੋ ਪਿਖ ਕਰ ਪ੍ਰੇਮ ਕਨੇਰਾ। ਤੋ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਗੁਰਮੁਖ ਪਿਆਰੇ ਸਿੱਖ ਦਾ ਡਾਢਾ ਹੀ ਪ੍ਰੇਮ ਵੇਖਿਆ ਹੈ। ਧੀਰਜ ਬਾਕ ਭਨੇ ਤੇ ਸਬੇਰਾ। ਹਜ਼ੂਰ ਨੇ ਬੜੇ ਧੀਰਜ ਦੇਣ ਵਾਸਤੇ, ਹੌਸਲਾ ਦੇਣ ਵਾਸਤੇ ਸਿੱਖ ਨੂੰ ਬਚਨ ਕਹਿ ਦਿੱਤੇ ਆ। ਜੇ ਤੋ ਰੰਗ ਸਤਿਗੁਰ ਕੋ ਹੈ। ਮਹਾਰਾਜ ਕਹਿੰਦੇ ਗੁਰਮੁਖਾ ਜੇ ਤਾਂ ਇਹ ਘੋੜਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਵੱਜਣਾ ਹੋਇਆ ਅਪਰ ਮੂਡ ਟਿਗ ਕਹਿਓ ਨਾ ਰਹਿ। ਤੇ ਹੋਰ ਕਿਸੇ ਮੂਰਖ ਦੇ ਘਰ ਵਿੱਚ ਘੋੜਾ ਨਹੀਂ ਰਹੇਗਾ। ਜੇ ਤੂੰ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਾਸਤੇ ਖਰੀਦਿਆ ਹੈ
ਤੇ ਇਹ ਗੁਰੂ ਨਾਨਕ ਪਾਤਸ਼ਾਹ ਦੇ ਕਿਲੇ ਤੇ ਹੀ ਵੱਜੇਗਾ। ਤੋਰ ਕਾਮਨਾ ਪੂਰਨ ਤੇ ਹੋਈ। ਬਾਕੀ ਕੋਈ ਗੱਲ ਨਹੀਂ, ਤੂੰ ਚਿੰਤਾ ਨਾ ਕਰ, ਤੇਰੀ ਇੱਛਾ ਪੂਰੀ ਹੋ ਗਈ ਹੈ। ਤਰਹ ਵਿਖਾਦ ਨ ਮਨ ਮਹਿ ਕੋਈ। ਤੂੰ ਕਿਸੇ ਤਰ੍ਹਾਂ ਦਾ ਝਗੜਾ ਦੁੱਖ ਕਲੇਸ਼ ਮਨ ਵਿੱਚ ਨਾ ਕਰ ਹੋਣਾ। ਕਿਤਕ ਬਿਤੇ ਦਿਨ ਹਮ ਟਿਗ ਆਵੈ। ਕੋਈ ਨਹੀਂ, ਵੇਖੀ ਜਾਈ, ਕੁਝ ਦਿਨ ਲੰਘਣ ਦੀ ਦੇਰ ਆ, ਘੋੜਾ ਆਪੇ ਹੀ ਸਾਡੇ ਪਾਸ ਆ ਜਾਣਾ ਹੈ। ਕਿਹੂ ਨ ਦੁਸ਼ਟ ਅਰੂਢਨ ਪਾਵੈ। ਤੂੰ ਸਾਡੇ ਲਈ ਲੈ ਕੇ ਆਇਆ ਸੀ ਨਾ, ਤੂੰ ਵੇਖੀ ਜਿਹੜੇ ਲੈ ਕੇ ਗਏ ਇੱਕ ਵੀ ਮੂਰਖ ਘੋੜੇ ਤੇ ਨਹੀਂ ਚੜ ਪਾਏਗਾ। ਉਹ ਘੋੜਾ ਕਿਸੇ ਮੂਰਖ ਦੀ ਅਸਵਾਰੀ ਨਹੀਂ ਕਰੇਗਾ, ਸਾਡੇ ਤੋਂ ਬਿਨਾ ਕਰਵਾਵੇਗਾ। ਤੋਹਰ ਖਾਵਨ ਹਿਤ ਹਮ ਲੈ ਹੈ। ਕੋਈ ਗੱਲ ਨਹੀਂ, ਸਮਾਂ ਕੁਝ ਦਿਨ ਰੋਕ ਤੇ ਚਿੰਤਾ ਨਾ ਕਰ। ਤੇਰੀ ਖੁਸ਼ੀ ਤੂੰ ਸਾਨੂੰ ਘੋੜੇ ਤੇ ਚੜਿਆ ਵੇਖਣਾ ਚਾਹਣਾ ਹੈ ਨਾ, ਤੈਨੂੰ ਖੁਸ਼ੀ ਦੇਣ ਵਾਸਤੇ ਤੇਰੇ ਸਾਹਮਣੇ ਉਸੇ ਘੋੜੇ ਤੇ ਚੜਾਂਗੇ, ਤੇਰੀ ਖੁਸ਼ੀ ਬਰਕਰਾਰ ਰੱਖਾਂਗੇ। ਤੁਰੰਗ ਅਰੂੜ ਫੰਦਾਏ ਪੱਲੇ ਹੈ। ਤੇਰੇ ਸਾਹਮਣੇ ਅਸੀਂ ਘੋੜਾ ਕੁਦਾਵਾਂਗੇ ਵੀ, ਦੌੜਾਵਾਂਗੇ ਵੀ, ਤੇ ਉਸੇ ਘੋੜੇ ਤੇ ਸ਼ਿਕਾਰ ਵੀ ਖੇਡਣ ਜਾਵਾਂਗੇ। ਕਰਹਿ ਕਾਮਨਾ ਪੂਰਨ ਤੇਰੀ। ਤੇਰੀ ਇੱਛਾ ਪੂਰੀ ਕਰਾਂਗੇ। ਤੂੰ ਸਾਨੂੰ ਘੋੜੇ ਤੇ ਚੜਿਆ ਵੇਖਣਾ ਚਾਹੁੰਦਾ ਸੈਂ, ਤੇਰੇ ਇੱਛਾ ਤੇਰੀ ਕਾਮਨਾ ਭਾਵਨਾ ਨੂੰ ਜ਼ਰੂਰ ਫਲ ਪਾਵਾਂਗੇ। ਤਰ ਨਿਸ਼ਚੈ ਲਿਹੋ ਲੋਚਨ ਹੇਰੀ। ਤੇ ਹੁਣ ਨਾ ਤੂੰ ਨੇਤਰਾਂ ਚੋਂ ਜਲ ਕੇਰ, ਅੱਖਾਂ ਨਾਲ ਵੇਖ ਲਈ, ਕੁਝ ਦਿਨ ਰੁਕ ਜਾ ਤੇ ਹੁਣ ਸਾਡੇ ਤੇ ਭਰੋਸਾ ਰੱਖਣਾ ਕਰ। ਹੁਣ ਤੂੰ ਸ਼ੰਕਾ ਛੱਡ ਦੇ, ਦੁੱਖ ਛੱਡ ਦੇਣਾ ਕਰ। ਸੁਨ ਸਿੱਖ ਪਾਏ ਆਨੰਦ ਬਿਲੰਦ। ਉਹ ਕਵੀ ਜੀ ਕਹਿੰਦੇ, ਸੁਣ ਕੇ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਤੇ ਭਰੋਸੇ ਵਾਲਾ ਸਿੱਖ ਬੜਾ ਹੀ ਖੁਸ਼ ਹੋਇਆ ਹੈ, ਬੜਾ ਭਰੋਸਾ ਬੱਝਾ ਹੈ, ਆਨੰਦ ਪ੍ਰਾਪਤ ਹੋਇਆ ਹੈ। ਬੰਦਤ ਬਾਰ ਬਾਰ ਕਰ ਬੰਦ। ਵੀ ਜੇ ਮਹਾਰਾਜ ਨੇ ਕਿਹਾ ਹੈ ਤੇ ਇਸ ਤਰ੍ਹਾਂ ਜ਼ਰੂਰ ਹੋਵੇਗੀ। ਵਾਰ-ਵਾਰ ਸਤਿਗੁਰਾਂ ਦੇ ਚਰਨੀ ਮੱਥੇ ਟੇਕਦਾ ਹੈ। ਗੁਰੂ ਸਮੀਪ ਰਹਿਓ ਚਿਰ ਕਾਲਾ। ਤੇ ਇਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਕੋਲ ਹੀ ਰੁਕ ਗਿਆ, ਮੁੜ ਕੇ ਕਾਬਲ ਨਹੀਂ ਗਿਆ। ਕੁਝ ਸਮਾਂ, ਕਾਫੀ ਸਮਾਂ ਸਤਿਗੁਰਾਂ ਦੇ ਘਰ ਸੇਵਾ ਕਰਦਾ ਰਿਹਾ। ਹੇਤ ਬਿਲੋਕਣ ਤੁਰੰਗ ਵਿਸਾਲਾ। ਵੀ ਸਿਰਫ ਇਹ ਵੇਖਣ ਵਾਸਤੇ ਵੀ ਜਦੋਂ ਘੋੜਾ ਆਵੇਗਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਚੜਨਗੇ ਤੇ ਮੈਂ ਮਹਾਰਾਜ ਨੂੰ ਚੜਿਆ ਵੇਖਣਾ ਘੋੜੇ ਤੇ। ਤੋ ਇਹ ਵੇਖਣ ਵਾਸਤੇ ਸਿੱਖ ਘਰੇ ਨਹੀਂ ਗਿਆ। ਕਈ ਮਹੀਨੇ ਮਹਾਰਾਜ ਦੇ ਘਰ ਇੱਥੇ ਸੇਵਾ ਕਰਦਾ ਰਿਹਾ, ਲਾਹੌਰ ਲੰਗਰਾਂ ਦੀ। ਤੋ ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਘੋੜਾ ਫਿਰ ਉਹ ਤੁਰਕ ਲੈ ਗਏ ਸਨ ਤੇ ਜਾਂਦੇ ਹੀ ਬਿਮਾਰ ਹੋ ਗਿਆ ਸੀ। ਤੋ ਬਾਦਸ਼ਾਹ ਸ਼ਾਹਜਹਾਨ ਨੇ ਵੇਖਿਆ ਵੀ ਦੂਜੇ ਘੋੜਿਆਂ ਨੂੰ ਬਿਮਾਰੀ ਲੱਗੇਗੀ, ਉਹ ਆਪਣੇ ਕਾਜੀ ਨੂੰ ਦੇ ਦਿੱਤਾ ਸੀ। ਕਾਜੀ ਤੋਂ ਵੀ ਸੂਤ ਨਾ ਹੋਇਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮਾਇਆ ਦੇ ਕੇ ਤੇ ਫਿਰ ਖਰੀਦ ਲਿਆ ਕਾਜੀ ਤੋਂ। ਤੋ ਮਹਾਰਾਜ ਨੇ ਸਤਿਗੁਰਾਂ ਦੇ ਘਰੇ ਆਉਂਦਿਆਂ ਹੀ ਫਿਰ ਤਿਆਰ ਹੋ ਗਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਉਸੇ ਘੋੜੇ ਤੇ ਚੜ੍ਹ ਕੇ ਸਿੱਖ ਨੂੰ ਕਹਿੰਦੇ, ਲੈ ਵੇਖ ਲਾ, ਸਾਨੂੰ ਜਿਹੜੀ ਤੇਰੀ ਰੀਝ ਸੀ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਸਤਿਗੁਰਾਂ ਦੀ ਇਹ ਬਾ ਕਮਾਲ ਸਿੱਖਿਆ ਭਰੋਸੇ ਦੇ ਨਾਲ ਐਨ ਗਤਪਤ ਹੋਈ ਗਲਤਾਨ ਹੋਈ ਇਹ ਪਾਵਨ ਪਵਿੱਤਰ ਪ੍ਰਸੰਗ ਸਾਡੇ ਹਿਰਦੇ ਵਸੇ। ਸਤਿਗੁਰਾਂ 'ਤੇ ਭਰੋਸਾ ਵਧੇ, ਹੋਈਆਂ ਭੁੱਲਾਂ ਦੀ ਖਿਮਾ ਇੱਥੇ ਸਮਾਪਤੀ ਹੈ। ਗਰੀਬ ਨਵਾਜ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਸੁਨ ਸਿੱਖ ਪਾਏ ਆਨੰਦ ਬਿਲੰਦ। ਬੰਦਤ ਬਾਰ ਬਾਰ ਕਰ ਬੰਦ। ਗੁਰੂ ਸਮੀਪ ਰਹਿਓ ਚਿਰ ਕਾਲਾ। ਹੇਤ ਬਿਲੋਕਣ ਤੁਰੰਗ ਵਿਸਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।